हाँ जी, हेलो एवरीवन, वेलकम टू चेतन भारत लर्निंग। ਆਪਾਂ ਕੱਲ ਜੀਓਗ੍ਰਾਫੀ ਐਂਡ এনवायरमेंट ਵਾਲਾ ਕੰਪੋਨੈਂਟ ਸਟਾਰਟ ਕੀਤਾ ਸੀਗਾ ਐਂਡ ਉਸ 'ਚ ਆਪਾਂ ਹਿਊਮਨ ਜੀਓਗ੍ਰਾਫੀ ਕੰਪੋਨੈਂਟ ਸਟਾਰਟ ਕੀਤਾ ਸੀ। ਹਿਊਮਨ ਜੀਓਗ੍ਰਾਫੀ ਵਾਲੇ ਟੌਪਿਕ ਸਟਾਰਟ ਕੀਤੇ ਸੀਗੇ। ਕੱਲ ਦੀ ਕਲਾਸ 'ਚ ਆਪਾਂ ਪੋਪੂਲੇਸ਼ਨ, ਮਾਈਗ੍ਰੇਸ਼ਨ ਐਂਡ ਹਿਊਮਨ ਸੈਟਲਮੈਂਟਸ ਵਾਲਾ ਟੌਪਿਕ ਕਵਰ ਕਰ ਲਿਆ ਸੀਗਾ। ਐਜ਼ ਫਾਰ ਐਜ਼ ਹਿਊਮਨ ਜੀਓਗ੍ਰਾਫੀ ਇਜ਼ ਕੰਸਰਨਡ, ਇਸ 'ਚ ਆਪਣਾ ਇੱਕ ਟੌਪਿਕ ਕੱਲ ਮਿਸ ਹੋ ਗਿਆ ਸੀਗਾ, ਮਤਲਬ ਕੰਪਲੀਟ ਨਹੀਂ ਹੋਇਆ ਸੀਗਾ, ਟਾਈਮ ਹੋ ਗਿਆ ਸੀਗਾ। that was ਹਿਊਮਨ ਡਿਵੈਲਪਮੈਂਟ। ਇਸ ਟੌਪਿਕ 'ਚ ਅੱਜ ਸਭ ਤੋਂ ਪਹਿਲਾਂ ਕਲਾਸ 'ਚ ਆਪਾਂ ਉਹੀ ਵਾਲਾ ਟੌਪਿਕ ਕਵਰ ਕਰਾਂਗੇ। ਬਿਫੋਰ ਆਈ ਸਟਾਰਟ ਦਿਸ ਟੌਪਿਕ, ਥੋੜ੍ਹਾ ਜਿਹਾ ਲਾਈਕ ਕੱਲ੍ਹ ਵਾਲੀ ਕਲਾਸ 'ਚ ਇੱਕ ਫੈਕਚੁਅਲ ਐਰਰ ਹੋ ਗਿਆ ਸੀਗਾ। ਆਪਾਂ ਲਿਟਰੇਸੀ ਵਾਲਾ ਟੌਪਿਕ ਕੀਤਾ ਸੀਗਾ। ਮੋਸਟ ਲਿਟਰੇਟ ਸਟੇਟ ਕਿਹੜੀ ਹੈ, ਲੀਸਟ ਲਿਟਰੇਟ ਸਟੇਟ ਕਿਹੜੀ ਹੈ, ਇੰਡੀਆ ਦਾ ਲਿਟਰੇਸੀ ਰੇਟ ਕੀ ਹੈ, ਮੇਲ ਲਿਟਰੇਸੀ ਰੇਟ, ਫੀਮੇਲ ਲਿਟਰੇਸੀ ਰੇਟ, ਉਹ ਜਦੋਂ ਆਪਾਂ ਸਾਰਾ ਡੇਟਾ ਵਗੈਰਾ ਕਰ ਰਹੇ ਸੀਗੇ। ਉਸ 'ਚ ਕੱਲ੍ਹ ਮੈਂ ਤੁਹਾਨੂੰ ਕੱਲ੍ਹ ਦੀ ਕਲਾਸ 'ਚ ਜਦੋਂ ਮੈਂ ਉਹ ਟੇਬਲ ਜਿਹਾ ਬਣਾ ਰਿਹਾ ਸੀਗਾ ਤਾਂ ਲੀਸਟ ਲਿਟਰੇਟ ਸਟੇਟ ਮੇਰੇ ਤੋਂ ਰਾਜਸਥਾਨ ਲਿਖੀ ਗਈ। ਉਹ ਕਰੈਕਟ ਕਰ ਲੈਣਾ ਤੁਸੀਂ ਪਲੀਜ਼। ਦੀ ਲੀਸਟ ਲਿਟਰੇਟ ਸਟੇਟ ਆਫ ਇੰਡੀਆ ਅਕੋਰਡਿੰਗ ਟੂ 2011 ਸੈਂਸਸ ਇਜ਼ ਬਿਹਾਰ ਐਂਡ ਨਾਟ ਰਾਜਸਥਾਨ। ਉਹ ਐਕਚੁਅਲੀ ਤਾਂ ਮੈਂ ਪਰਚੀ ਜੀ ਰੱਖੀ ਸੀਗੀ ਆਪਦੇ ਹੱਥ 'ਚ, ਅਤੇ ਏਡੀ ਮਾੜੀ ਗੱਲ, ਪਰਚੀ ਤੋਂ ਵੇਖ ਕੇ ਵੀ ਗਲਤੀ ਨਾਲ ਲਾਈਕ ਮੇਰੇ ਤੋਂ ਗਲਤ ਲਿਖਿਆ ਗਿਆ। ਬਟ ਨੈਵਰ ਮਾਈਂਡ, ਤੁਹਾਨੂੰ ਸ਼ੀਟ 'ਚ ਸਹੀ ਡੇਟਾ ਦਿੱਤਾ ਹੋਇਆ। ਕਾਫੀ ਲੋਕਾਂ ਨੇ ਸ਼ੀਟ ਪੜ੍ਹੀ ਹੈ, ਚੰਗੀ ਗੱਲ ਹੈ। ਪੁਆਇੰਟ ਆਊਟ ਵੀ ਕੀਤਾ ਉਹਨਾਂ ਨੇ ਕਿ ਬਿਹਾਰ ਇਜ਼ ਦੀ ਲੀਸਟ ਲਿਟਰੇਟ ਸਟੇਟ। ਆਈ ਸਟੈਂਡ ਕਰੈਕਟਡ। ਉਹ ਤੁਸੀਂ ਕਰੈਕਸ਼ਨ ਕਰ ਲੈਣਾ ਪਲੀਜ਼, ਠੀਕ ਹੈ ਜੀ। ਤਾਂ ਅੱਜ ਦੀ ਕਲਾਸ ਆਪਾਂ ਕੰਟੀਨਿਊ ਕਰਦੇ ਹਾਂ। ਹਿਊਮਨ ਡਿਵੈਲਪਮੈਂਟ ਵਾਲਾ ਪੋਰਸ਼ਨ ਆਪਣਾ ਰਹਿ ਗਿਆ ਸੀਗਾ, ਉਹ ਸਟਾਰਟ ਕਰਦੇ ਹਾਂ। ਇਹ ਸਾਰਾ ਆਪਾਂ ਪੋਪੂਲੇਸ਼ਨ ਕਵਰ ਕਰ ਲਿਆ ਹੋਇਆ, ਆਪਾਂ ਮਾਈਗ੍ਰੇਸ਼ਨ ਐਂਡ ਹਿਊਮਨ ਸੈਟਲਮੈਂਟਸ ਕਵਰ ਕਰ ਲਿਆ। ਅੱਜ ਦੀ ਕਲਾਸ 'ਚ ਆਪਾਂ ਇੱਥੋਂ ਸਟਾਰਟ ਕਰਨਾ ਹੈ। ਨਾਓ ਸਭ ਤੋਂ ਪਹਿਲਾਂ ਨਾ, ਵਾਟ ਇਜ਼ ਹਿਊਮਨ ਡਿਵੈਲਪਮੈਂਟ? ਵਾਟ ਡੂ ਯੂ ਅੰਡਰਸਟੈਂਡ ਬਾਈ ਹਿਊਮਨ ਡਿਵੈਲਪਮੈਂਟ? ਇਕੋਨਮੀ 'ਚ ਤੁਸੀਂ ਇਕੋਨਮੀ ਦੀ ਕਲਾਸਿਸ ਆਲਰੇਡੀ ਤੁਹਾਡੀਆਂ ਲੱਗੀਆਂ ਹੋਈਆਂ। ਆਈ ਹੋਪ ਤੁਸੀਂ ਇਹ ਡਿਸਕਸ਼ਨ ਵੀ ਹੋਪਫੁਲੀ ਕੀਤੀ ਹੋਊਗੀ ਇਕੋਨਮੀ ਦੀ ਕਲਾਸ 'ਚ। ਤਾਂ ਮੈਂ ਕੋਈ ਇੱਕ ਓਵਰਵਿਊ ਦੇ ਦਿੰਦਾ ਤੁਹਾਨੂੰ। ਇੱਕ ਤਾਂ ਗਰੋਥ ਪੈਰਾਡਾਈਮ ਹੁੰਦਾ ਕਿ ਆਪਣੀ ਇਕਨੋਮਿਕ ਗਰੋਥ ਕਿੰਨੀ ਹੈ, ਦੇਸ਼ ਦੀ GDP ਕਿੰਨੀ ਹੈ, ਦੇਸ਼ ਦੀ GNP ਕਿੰਨੀ ਹੈ, ਪਰ ਕੈਪੀਟਾ ਇਨਕਮ ਕਿੰਨੀ ਹੈ ਲੋਕਾਂ ਦੀ। ਸਿਰਫ ਆਪਾਂ ਪੈਸੇ ਦੇ ਪੁਆਇੰਟ ਆਫ ਵਿਊ ਤੋਂ ਗਰੋਥ ਨੂੰ ਜਾਂ ਡਿਵੈਲਪਮੈਂਟ ਨੂੰ ਜੱਜ ਕਰਦੇ ਹਾਂ। ਹਿਊਮਨ ਲਾਈਫ ਨੂੰ ਜਾਂ ਕੰਟਰੀਜ਼ ਦੀ ਪਰਫੋਰਮੈਂਸ ਨੂੰ ਆਪਾਂ ਜੱਜ ਕਰਦੇ ਹਾਂ। ਕਿਹਦੀ GDP ਜ਼ਿਆਦਾ, ਕਿਹਦੀ GDP ਘੱਟ, ਕਿਹਦੀ GDP ਗਰੋਥ ਜ਼ਿਆਦਾ, ਕਿਹਦੀ GDP ਗਰੋਥ ਘੱਟ। ਕਹਿੰਦੇ ਆ ਕਿ ਲਾਈਕ ਅਗੇਨ, ਜਿਵੇਂ ਆਪਾਂ ਐਵਰੀਡੇ ਲਾਈਫ 'ਚ ਵੀ ਕਹੀਦਾ, ਪੈਸਾ ਹੀ ਸਭ ਕੁਛ ਨਹੀਂ ਹੁੰਦਾ। ਇਸੇ ਲਾਈਕ ਦਿਸ ਹਿਊਮਨ ਡਿਵੈਲਪਮੈਂਟ ਰਿਵੋਲਵਸ ਅਰਾਊਂਡ ਦਿਸ ਲਾਈਨ ਓਨਲੀ, ਦਿਸ ਸਟੇਟਮੈਂਟ ਓਨਲੀ, ਕਿ ਪੈਸਾ ਹੀ ਜ਼ਿੰਦਗੀ 'ਚ ਸਭ ਕੁਛ ਨਹੀਂ ਹੁੰਦਾ। ਕਿ ਬਿਯੋਂਡ ਪੈਸਾ ਦੇਰ ਆਰ ਅਦਰ ਪੈਰਾਮੀਟਰਸ ਜਿਹੜੇ ਡਿਸਾਈਡ ਕਰਦੇ ਆ ਕਿ ਹਿਊਮਨ ਲਾਈਫ ਕਿੰਨੀ ਫੁਲਫਿਲਿੰਗ ਹੈ, ਕਿੰਨੀ ਸੈਟਿਸਫਾਈਡ ਹਿਊਮਨ ਲਾਈਫ ਤੁਸੀਂ ਜੀ ਸਕਦੇ ਹੋ, ਜੀ ਰਹੇ ਹੋ। ਤਾਂ ਉਹ ਜਿਹੜੇ ਪੈਰਾਮੀਟਰਸ ਦੀ ਜਿਹੜੀ ਗੱਲ ਹੈ, ਉਹ ਆਪਾਂ ਕਰਦੇ ਹਾਂ ਕੰਸੈਪਟ ਆਫ ਹਿਊਮਨ ਡਿਵੈਲਪਮੈਂਟ 'ਚ। ਇਟ ਟੇਕਸ ਦੀ ਪੈਰਾਡਾਈਮ of development beyond just money, ki how fulfilling your life is, what economic opportunities you have, of course that would be one part of it, ki how healthy you are, how long life you are living, ki kinne thodi average expectancy at birth kinni hai, ਕਿੰਨੀ ਲਾਈਫ ਤੁਸੀਂ ਐਕਸਪੈਕਟ ਕਰ ਸਕਦੇ ਹੋ ਜੀਣ ਲਈ ਇੱਕ ਤੁਸੀਂ ਗਿਵਨ ਕੰਟਰੀ 'ਚ ਜੇ ਤੁਸੀਂ ਪੈਦਾ ਹੋਏ ਹੋ। Then educational opportunities, because economic opportunities are linked with the educational opportunities, and education ਦਾ ਆਪਣੇ ਆਪ 'ਚ ਹੀ ਲਾਈਕ ਇੱਕ ਪਰਪਸ ਹੁੰਦਾ ਲਾਈਫ 'ਚ, ਆਪਣਾ ਹੋਰਾਈਜ਼ਨਸ ਖੋਲ੍ਹਦੀ ਹੈ। ਤਾਂ ਐਜੂਕੇਸ਼ਨਲ ਓਪਰਚੁਨਿਟੀਜ਼ ਕਿੰਨੀਆਂ ਅਵੇਲੇਬਲ ਹੈ ਇੱਕ ਪਰਟੀਕੂਲਰ ਏਰੀਆ 'ਚ। ਜਦੋਂ ਆਪਾਂ ਇਹ ਸਾਰੀਆਂ ਚੀਜ਼ਾਂ ਇਨਕੋਰਪੋਰੇਟ ਕਰ ਦਿੰਦੇ ਹਾਂ ਤਾਂ ਆਪਣੇ ਕੋਲੇ ਹਿਊਮਨ ਡਿਵੈਲਪਮੈਂਟ ਦਾ ਇੱਕ ਇੰਡੀਕੇਟਰ ਆਉਂਦਾ ਹੈ, ਇੱਕ ਵੈਲਿਊ ਆਉਂਦੀ ਹੈ ਜਾਂ ਇੱਕ ਕੰਸੈਪਟ ਆਉਂਦਾ ਹੈ ਜਿੱਥੋਂ ਆਪਾਂ ਨੂੰ ਪਤਾ ਚੱਲਦਾ ਕਿ ਇੱਥੋਂ ਦੇ ਲੋਕ ਕਿੰਨੇ ਜ਼ਿਆਦਾ ਡਿਵੈਲਪਡ ਹੈ, ਬਿਯੋਂਡ ਮਨੀ, ਬਿਯੋਂਡ GDP ਐਂਡ ਬਿਯੋਂਡ ਜਸਟ GNP। ਠੀਕ ਹੈ ਜੀ। ਤਾਂ ਇਹ ਜਿਹੜਾ ਕੰਸੈਪਟ ਹੈ, ਪਹਿਲਾਂ ਤੁਸੀਂ ਯਾਦ ਰੱਖਣਾ। ਅਗੇਨ ਫੈਕਚੁਅਲ ਇਨਫੋਰਮੇਸ਼ਨ ਪੁਆਇੰਟ ਆਫ ਵਿਊ ਤੋਂ ਆਪਾਂ ਨੂੰ ਐਗਜ਼ਾਮ 'ਚ ਕੁਐਸਚਨ ਆ ਸਕਦਾ ਕਿ ਇਹ ਕੰਸੈਪਟ ਕਿੱਥੋਂ ਆਇਆ, ਕਿਹਨੇ ਦਿੱਤਾ। ਤਾਂ ਦੋ ਇੱਥੇ ਤੁਸੀਂ ਸਕੋਲਰਸ ਦੇ ਨਾਮ ਯਾਦ ਰੱਖਣੇ ਹੈ। ਬੰਗਲਾਦੇਸ਼ ਦੇ ਸਕੋਲਰ ਸੀਗੇ ਮਹਿਬੂਬੁਲ ਹਕ ਐਂਡ ਇੰਡੀਆ ਦੇ ਡਾਕਟਰ ਅਮਰਤਿਆ ਸੇਨ। ਇਹਨਾਂ ਦੋਨਾਂ ਦੇ ਜੁਆਇੰਟ ਵਰਕ ਤੋਂ ਇਹ ਕੰਸੈਪਟ ਆਇਆ ਹਿਊਮਨ ਡਿਵੈਲਪਮੈਂਟ ਦਾ। ਮਹਿਬੂਬੁਲ ਹਕ ਨੇ ਫਰਸਟ ਹਿਊਮਨ ਡਿਵੈਲਪਮੈਂਟ ਰਿਪੋਰਟ ਡਿਵੈਲਪ ਕੀਤੀ ਸੀ 1990 'ਚ। ਯੂਨਾਈਟਿਡ ਨੇਸ਼ਨਸ ਡਿਵੈਲਪਮੈਂਟ ਪ੍ਰੋਗਰਾਮ ਨੇ ਕਮਿਸ਼ਨ ਕੀਤਾ ਸੀ ਡਾਕਟਰ ਮਹਿਬੂਬੁਲ ਹਕ ਨੂੰ ਕਿ ਤੁਸੀਂ UN ਹਿਊਮਨ ਡਿਵੈਲਪਮੈਂਟ ਰਿਪੋਰਟ ਪਬਲਿਸ਼ ਕਰੋ, ਵਰਡ ਹਿਊਮਨ ਡਿਵੈਲਪਮੈਂਟ ਰਿਪੋਰਟ ਪਬਲਿਸ਼ ਕਰੋ। ਉਸ ਰਿਪੋਰਟ 'ਚ ਇਹਨਾਂ ਨੇ ਇਹ ਕੰਸੈਪਟ 'ਤੇ ਇਲੈਬੋਰੇਟ ਕੀਤਾ, ਦੀ ਕੰਸੈਪਟ ਆਫ ਹਿਊਮਨ ਡਿਵੈਲਪਮੈਂਟ।
ਹੁਣ ਇਹ ਹਿਊਮਨ ਡਿਵੈਲਪਮੈਂਟ ਰਿਪੋਰਟ ਬਾਰੇ ਆਪਾਂ ਥੋੜਾ ਜਿਹਾ ਜਾਣ ਲਈਏ, ਕਿਉਂਕਿ ਹਰ ਸਾਲ ਇਹ ਪਬਲਿਸ਼ ਹੁੰਦੀ ਹੈ ਐਂਡ ਇਹਦਾ ਡੇਟਾ ਵਗੈਰਾ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ, ਪ੍ਰੀਲਿਮਸ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੈ। ਇੰਡੀਆ ਦਾ ਰੈਂਕ ਕਿੰਨਾ ਹੈ, ਇੰਡੀਆ ਦਾ ਸਕੋਰ ਕਿੰਨਾ ਹੈ, ਟੌਪ 'ਤੇ ਕੌਣ ਹੈ, ਇਸ ਤਰ੍ਹਾਂ ਦੀਆਂ ਫਿਗਰਸ ਐਗਜ਼ਾਮ 'ਤੇ ਕਾਫੀ ਕੁਐਸਚਨ ਬਣਦੇ ਆ ਐਗਜ਼ਾਮ ਪੁਆਇੰਟ ਆਫ ਵਿਊ 'ਤੇ। ਤਾਂ ਪਹਿਲਾਂ ਤਾਂ ਐਨੂਅਲ ਰਿਪੋਰਟ ਹੈ, ਤੁਸੀਂ ਧਿਆਨ 'ਚ ਰੱਖਣਾ, ਹਰ ਸਾਲ ਪਬਲਿਸ਼ ਹੁੰਦੀ ਹੈ ਅਰਾਊਂਡ ਦਸੰਬਰ। ਹੁਣ ਇਸ ਸਾਲ ਜਿਹੜੀ ਆਪਾਂ ਨੂੰ ਚਾਹੀਦੀ ਹੈ 2019 ਦੀ ਰਿਪੋਰਟ ਹੋਊਗੀ, ਦਸੰਬਰ ਚਾਹੀਏ, ਦੈਟ ਇਜ਼ ਦੀ ਲੇਟੈਸਟ ਰਿਪੋਰਟ। ਇੱਕ ਫੈਕਚੁਅਲ ਇਨਫੋਰਮੇਸ਼ਨ ਤੁਸੀਂ ਯਾਦ ਰੱਖਣੀ ਹੈ, ਹੈੱਡਕੁਆਰਟਰਸ ਆਫ UNDP ਪਬਲਿਸ਼ ਕੌਣ ਕਰਦਾ ਹੈ? UNDP, ਯੂਨਾਈਟਿਡ ਨੇਸ਼ਨਸ ਡਿਵੈਲਪਮੈਂਟ ਪ੍ਰੋਗਰਾਮ। ਇਹਦੇ ਹੈੱਡਕੁਆਰਟਰਸ ਹੈਗੇ ਆ ਨਿਊਯਾਰਕ ਸਿਟੀ 'ਚ। ਠੀਕ ਹੈ ਜੀ, ਪਹਿਲਾਂ ਤਾਂ ਇਹ ਦੋ ਫੈਕਚੁਅਲ ਇਨਫੋਰਮੇਸ਼ਨ ਤੁਸੀਂ ਇੱਥੇ ਯਾਦ ਰੱਖੋਗੇ। ਫਿਰ ਹਿਊਮਨ ਡਿਵੈਲਪਮੈਂਟ ਇੰਡੈਕਸ, ਹਿਊਮਨ ਡਿਵੈਲਪਮੈਂਟ ਰਿਪੋਰਟ 'ਚ ਲਾਈਕ ਲੰਬੀ ਚੌੜੀ ਰਿਪੋਰਟ ਹੁੰਦੀ ਹੈ, ਲੇਕਿਨ ਜਿਹੜਾ ਉਹਦੇ ਸਟਾਰ ਹਾਈਲਾਈਟ ਹੁੰਦੀ ਹੈ, ਅਚੀਵਮੈਂਟ ਹੁੰਦੀ ਹੈ, ਜਾਂ ਜਿਸ ਚੀਜ਼ 'ਤੇ ਫੋਕਸ ਕਰਦੇ ਆ ਸਟੈਟਿਸਟਿਕਸ, ਉਹ ਹੈ ਹਿਊਮਨ ਡਿਵੈਲਪਮੈਂਟ ਇੰਡੈਕਸ। ਇੱਕ ਫਿਗਰ ਦਿੱਤੀ ਜਾਂਦੀ ਹੈ, ਇੱਕ ਇੰਡੈਕਸ ਕੈਲਕੂਲੇਟ ਕੀਤਾ ਜਾਂਦਾ ਹੈ, ਡਿਫਰੈਂਟ ਕੰਟਰੀਜ਼ ਨੂੰ ਰੈਂਕ ਕੀਤਾ ਜਾਂਦਾ ਹੈ ਇੱਕ ਸਿਸਟਮ ਦੇ ਤਹਿਤ, ਐਂਡ ਉਹਨਾਂ ਦਾ ਸਕੋਰ ਕੈਲਕੂਲੇਟ ਕੀਤਾ ਜਾਂਦਾ ਹੈ। ਦੈਟ ਸਕੋਰ ਇਜ਼ ਹਿਊਮਨ ਡਿਵੈਲਪਮੈਂਟ ਇੰਡੈਕਸ। ਇਸ ਇੰਡੈਕਸ ਨੂੰ, ਇਸ ਸਕੋਰ ਨੂੰ ਕੈਲਕੂਲੇਟ ਕਰਨ ਲਈ ਕਿੰਨਾ ਚੀਜ਼ਾਂ ਨੂੰ ਧਿਆਨ 'ਚ ਰੱਖਿਆ ਜਾਂਦਾ ਹੈ। ਪਹਿਲਾਂ ਤਾਂ ਤੁਸੀਂ ਇਹਦੇ 3 ਬੇਸਿਕ ਡਾਇਮੈਂਸ਼ਨਸ ਯਾਦ ਰੱਖਣੀਆਂ। ਇਹ ਵਾਲਾ ਡਾਇਗਰਾਮ ਛੋਟਾ ਜਿਹਾ ਹੋਊਗਾ, ਤੁਹਾਡੇ ਨੋਟਸ 'ਤੇ ਤੁਹਾਨੂੰ ਵੱਡਾ ਜਿਹਾ ਲਾਈਕ ਚੰਗੀ ਤਰ੍ਹਾਂ ਲਿਖਿਆ ਤੁਹਾਨੂੰ ਮਿਲ ਜੂਗਾ। There are 3 dimensions that human development report takes into consideration. That human development, the concept that is incorporated into human development report that takes into consideration. ਜਿਹਦੀ ਮੈਂ ਪਹਿਲਾਂ ਵੀ ਗੱਲ ਕੀਤੀ, ਸਭ ਤੋਂ ਪਹਿਲਾ ਜਿਹੜਾ dimension ਹੈ that is long and healthy life. ਲਾਈਕ ਇੱਕ ਤੁਸੀਂ ਸਿਸਟਮ 'ਚ, ਤੁਸੀਂ ਨਾਈਜੀਰੀਆ 'ਚ ਪੈਦਾ ਹੋ ਗਏ, ਜਾਂ ਤੁਸੀਂ ਜ਼ਿੰਬਾਬਵੇ 'ਚ ਪੈਦਾ ਹੋ ਗਏ, ਜਾਂ ਤੁਸੀਂ ਕੈਨੇਡਾ 'ਚ ਪੈਦਾ ਹੋਏ, ਨਾਰਵੇ 'ਚ ਪੈਦਾ ਹੋਏ, ਇੰਡੀਆ 'ਚ ਪੈਦਾ ਹੋਏ, ਲਾਈਕ ਵਾਟ ਇਜ਼ ਦੀ ਐਵਰੇਜ ਐਕਸਪੈਕਟੈਂਸੀ ਆਫ ਲਾਈਫ? ਹਾਊ ਮਚ ਲਾਈਫ ਡੂ ਯੂ ਐਕਸਪੈਕਟ ਟੂ ਲਿਵ? ਜਿੰਨਾ ਡਿਵੈਲਪਡ ਕੰਟਰੀ ਹੋਊਗਾ ਹਿਊਮਨ ਡਿਵੈਲਪਮੈਂਟ ਪੁਆਇੰਟ ਆਫ ਵਿਊ ਤੋਂ, ਉਹਨਾਂ ਲਾਈਕ ਆਪਾਂ ਐਕਸਪੈਕਟ ਕਰ ਸਕਦੇ ਹਾਂ ਕਿ ਲੰਬੀ ਲਾਈਫ ਜੀਣ ਦੀ ਪ੍ਰੋਬੇਬਿਲਿਟੀ ਹੋਣੀ ਚਾਹੀਦੀ ਹੈ। ਤਾਂ ਪਹਿਲਾ ਡਾਇਮੈਂਸ਼ਨ ਹੀ ਇਹ ਹੈ, ਲੌਂਗ ਐਂਡ ਹੈਲਦੀ ਲਾਈਫ ਤੁਸੀਂ ਜੀ ਸਕਦੇ ਹੋਗੇ ਨਹੀਂ, ਜਾਂ ਕਿੰਨੀ ਜ਼ਿਆਦਾ ਲੌਂਗ ਐਂਡ ਕਿੰਨੀ ਹੈਲਦੀ ਲਾਈਫ। ਦੂਜਾ ਡਾਇਮੈਂਸ਼ਨ ਹੈ ਨੌਲੇਜ, ਬਿਕਾਜ਼ ਲਾਈਕ ਮੈਂ ਹੁਣੇ ਗੱਲ ਕੀਤੀ, ਨੌਲੇਜ ਆਪਣਾ ਲਾਈਕ ਆਪਣੇ ਹੋਰਾਈਜ਼ਨਸ ਨੂੰ ਵਾਈਡਨ ਅਪ ਕਰਦੀ ਹੈ, ਆਪਾਂ ਨੂੰ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਸਮਝਣ ਦੀ ਜਾਂ ਜ਼ਿੰਦਗੀ ਨੂੰ ਟੈਕਲ ਕਰਨ ਲਈ ਕੈਪੇਬਲ ਬਣਾਉਂਦੀ ਹੈ। ਤਾਂ ਨੌਲੇਜ ਇਜ਼ ਵਨ ਆਫ ਦੀ ਡਾਇਮੈਂਸ਼ਨਸ। ਇਹਨਾਂ ਡਾਇਮੈਂਸ਼ਨਸ ਤੋਂ ਬਾਅਦ ਲਾਈਕ ਹਾਲਾਂਕਿ ਇਕੁਅਲ ਵੇਟ ਹੈ, ਲਾਈਕ ਇਸ 'ਚ ਕੋਈ ਇੱਦਾਂ ਨਹੀਂ ਕੋਈ ਪਹਿਲੇ ਨੰਬਰ 'ਤੇ ਕੋਈ ਦੂਜੇ ਨੰਬਰ 'ਤੇ ਹੈ, ਜਸਟ ਲਾਈਕ ਐਨੀ ਵੇ ਤੁਸੀਂ ਯਾਦ ਰੱਖ ਸਕਦੇ ਹੋ। ਤੀਸਰਾ ਡਾਇਮੈਂਸ਼ਨ ਹੈ ਡੀਸੈਂਟ ਸਟੈਂਡਰਡ ਆਫ ਲਿਵਿੰਗ, ਕਿ ਤੁਹਾਡੇ ਕੋਲ ਜ਼ਿੰਦਗੀ ਨੂੰ ਜੀਣ ਲਈ ਜਿਹੜੀਆਂ ਰੋਜ਼ਮर्रा ਦੀਆਂ ਚੀਜ਼ਾਂ ਹੁੰਦੀਆਂ ਉਹ ਤੁਹਾਡੇ ਕੋਲ ਅਵੇਲੇਬਲ ਹੈਗੀਆਂ, ਸੁੱਖ ਸੁਵਿਧਾएं क्या आपको अवेलेबल हैं? तो ये 3 dimensions हैं. So these are the 3 dimensions that are taken into account when we calculate human development index. ਹੁਣ ਇੰਡੀਕੇਟਰਸ, ਇਹ ਤਾਂ ਹੋ ਗਏ ਡਾਇਮੈਂਸ਼ਨਸ। ਇੰਡੀਕੇਟਰਸ ਕਿਹੜੇ ਇਸਤੇਮਾਲ ਕੀਤੇ ਜਾਂਦੇ? ਹੁਣ ਮੈਂ ਹੈਲਦੀ ਲਾਈਫ ਕਹਤਾ, ਬਈ ਕਿਵੇਂ ਪਤਾ ਚੱਲੂਗਾ ਲਾਈਫ ਹੈਲਦੀ ਹੈ ਕਿ ਨਹੀਂ? ਸੋ ਵਾਟ ਇਜ਼ ਦ ਇੰਡੀਕੇਟਰ ਦੈਟ ਇਜ਼ ਬੀਇੰਗ ਯੂਜ਼ਡ? ਇਹ ਤੁਸੀਂ ਇੰਡੀਕੇਟਰਸ ਵੀ ਧਿਆਨ 'ਚ ਰੱਖਣੇ ਆ। ਹੈਲਦੀ ਲਾਈਫ ਵਾਲੀ ਡਾਇਮੈਂਸ਼ਨ ਲਈ ਆਪਾਂ ਇੰਡੀਕੇਟਰ ਯੂਜ਼ ਕਰਦੇ ਹਾਂ ਲਾਈਫ ਐਕਸਪੈਕਟੈਂਸੀ ਐਟ ਬਰਥ, ਕਿ how long do you expect to live when you take birth in a particular country, in a particular region. ਦੂਸਰਾ ਜਿਹੜਾ ਇਹਦਾ ਡਾਇਮੈਂਸ਼ਨ ਸੀ ਨੌਲੇਜ ਵਾਲੇ ਡਾਇਮੈਂਸ਼ਨ ਨੂੰ ਮੈਜਰ ਕਰਨ ਲਈ ਜਿਹੜਾ ਇੰਡੀਕੇਟਰ ਇਸਤੇਮਾਲ ਕੀਤਾ ਜਾਂਦਾ ਹੈ, ਐਕਸਪੈਕਟਡ ਈਅਰਸ ਆਫ ਸਕੂਲਿੰਗ ਐਂਡ ਮੀਨ ਈਅਰਸ ਆਫ ਸਕੂਲਿੰਗ। ਬੱਚਾ ਪੈਦਾ ਹੁੰਦਾ ਹੈ ਇੱਕ ਕੰਟਰੀ 'ਚ, ਜੈਸੇ ਇੰਡੀਆ 'ਚ ਇੱਕ ਬੱਚਾ ਪੈਦਾ ਹੋਇਆ, ਕਿੰਨੀ ਉਹਦੀ ਐਕਸਪੈਕਟਡ ਈਅਰਸ ਆਫ ਸਕੂਲਿੰਗ ਹੈ, ਕਿ ਆਪਾਂ ਕਿੰਨਾ ਐਕਸਪੈਕਟ ਕਰਦੇ ਹਾਂ ਕਿ ਬੱਚਾ ਕਿੰਨੇ ਕਲਾਸਾਂ ਤੱਕ, ਕਿੰਨੇ ਸਾਲ ਸਕੂਲ ਜਾਊਗਾ। ਐਂਡ ਮੀਨ ਈਅਰਸ ਆਫ ਸਕੂਲ ਐਟ ਪ੍ਰੈਜ਼ੈਂਟ ਜਿਹੜੀ ਇੰਡੀਆ ਦੀ ਪੋਪੂਲੇਸ਼ਨ ਹੈ ਉਹਦੀ ਐਵਰੇਜ ਕੀ ਹੈ, ਕਿ ਉਹ ਕਿੰਨੀਆਂ ਕਲਾਸਾਂ ਉਹ ਪੜ੍ਹੇ ਹੋਏ ਆ ਔਨ ਐਨ ਐਵਰੇਜ, 6 ਕਲਾਸਾਂ, 7 ਕਲਾਸਾਂ, 8 ਕਲਾਸਾਂ, ਲਾਈਕ ਵਾਟ ਇਜ਼ ਦੀ ਐਵਰੇਜ ਈਅਰਸ ਆਫ ਸਕੂਲਿੰਗ ਆਫ ਦੀ ਐਗਜ਼ਿਸਟਿੰਗ ਪੋਪੂਲੇਸ਼ਨ ਐਂਡ ਐਕਸਪੈਕਟਡ ਈਅਰਸ ਆਫ ਸਕੂਲਿੰਗ ਇੱਕ ਨਿਊ ਬੋਰਨ ਲਈ, ਕਿ ਉਹ ਆਪਾਂ ਕਿੰਨਾ ਐਕਸਪੈਕਟ ਕਰ ਸਕਦੇ ਹਾਂ ਕਿ ਉਹ ਪੜ੍ਹੂਗਾ। ਇਹਨਾਂ ਦੋਨਾਂ ਇੰਡੀਕੇਟਰਸ ਤੋਂ ਆਉਂਦਾ ਨੌਲੇਜ ਵਾਲਾ ਡਾਇਮੈਂਸ਼ਨ। ਠੀਕ ਹੈ ਜੀ। ਦੈਨ ਥਰਡ ਜਿਹੜਾ ਡੀਸੈਂਟ ਸਟੈਂਡਰਡ ਆਫ ਲਿਵਿੰਗ ਹੈ, ਡੀਸੈਂਟ ਸਟੈਂਡਰਡ ਆਫ ਲਿਵਿੰਗ ਆਪਾਂ ਕਿਵੇਂ ਮੈਜਰ ਕਰਦੇ ਹਾਂ? ਭਾਈ ਕਿੰਨੇ ਪੈਸੇ ਆ ਤੁਹਾਡੇ ਕੋਲ, ਉਸ ਹਿਸਾਬ ਨਾਲ ਹੀ ਤੁਸੀਂ ਸੁੱਖ ਸੁਵਿਧਾएं ਮੁਹੱਈਆ ਕਰਵਾਈ ਜਾਏਗੀ। ਤਾਂ ਲਾਈਕ ਵਾਟ ਇਜ਼ ਯੋਰ
पर कैपिटा इनकम, ग्रॉस नैशनल इनकम पर कैपिटा, ये डॉलर्स च सिंगल करंसी च कैलकुलेट की जाती है। PPP, परचेजिंग पावर पैरिटी का कंसैप्ट इकोनॉमी च तुसीं पढ़िया होना आई बिलीव। तो उस कंसैप्ट के तहत एक पर कैपिटा इनकम डिफरेंट कंट्रीज़ की कैलकुलेट की जाती है। जितों के लोगों की ज़्यादा पर कैपिटा इनकम है ऑफकोर्स वो ज़्यादा सर्विसेज अफोर्ड कर सकते हैं, या ज़्यादा लग्जरीज, ज़्यादा कंफर्ट्स अफोर्ड कर सकते हैं। जितों की पर कैपिटा इनकम घट है वो घट अफोर्ड कर सकते हैं। अगेन वो ह्यूमन डिवेलपमेंट पर इफैक्ट पाऊगा। तो आ 3 डायमेंशनस, लॉन्ग एंड हेल्दी लाइफ, नॉलेज एंड डिसेंट स्टैंडर्ड ऑफ लिविंग, 4 इंडीकेटर्स हो गए। लाइफ एक्सपैक्टेंसी एट बर्थ, ये जड़ा पहले वाली डायमेंशन के रिलेशन च है। दूजा जड़ा नॉलेज वाली डायमेंशन है, तो 2 इंडीकेटर्स है, एक एक्सपैक्टेड ईयर्स ऑफ स्कूलिंग, एक मीन ईयर्स ऑफ स्कूलिंग। तीसरी जड़ी डायमेंशन है, वो एक ही इंडीकेटर है, GNI पर कैपिटा इनकम तुसीं मोटा मोटा याद रख सकते हो। तो ऑन द बेसिस ऑफ दीज इंडीकेटर्स एंड दीज डायमेंशनस ह्यूमन डिवेलपमेंट इंडैक्स कैलकुलेट किया जाता है। ठीक है जी। हुण ये जिहड़ा स्कोर आंदा है ह्यूमन डिवेलपमेंट इंडैक्स का, तुसीं ध्यान च रखना है, द स्कोर वेरीज फ्रॉम 0 to 1। 0 मतलब कोई डेवलपमेंट नहीं है, 0 ह्यूमन डिवेलपमेंट, 1 मतलब मैक्सिमम, जिन्ना मैक्सिमम पॉसिबल ह्यूमन डिवेलपमेंट जिहड़ी हो सकती है स्केल ते, सब तो ज़्यादा डिवेलपमेंट, सब तो घट डिवेलपमेंट। जिन्ना 1 दे नेड़े होगा स्कोर उन्ना ज़्यादा डिवेलप्ड कंट्री, जिन्ना 0 दे नेड़े होगा स्कोर उन्ना ज़्यादा घट डिवेलप्ड कंट्री, उन्ना लैस डिवेलप्ड कंट्री। हुण जिहड़ी लेटैसट रिपोर्ट मैं तुहानूं दस्सिया कि दिसंबर 2019 च लास्ट रिपोर्ट आई सी, उस रिपोर्ट के थोड़े जिहे आपां स्टैटिस्टिक्स देखांगे क्योंकि एग्जाम चो क्वेश्चन वगैरह आ सकता है। 2019 दी HDR रिपोर्ट एंड इंडिया दी परफॉर्मेंस। हुण इस च फैक्ट्स वगैरह इंपॉर्टेंट है, तुसीं सारे याद रखने हैं, रट्टा मारना है इन्हां नूं। इंडिया का रैंक 129th रैंक है, टोटल 189 कंट्रीज़ नूं रैंक किया गया, 189 कंट्रीज़ की परफॉर्मेंस देखी गई। उन्होंने इंडिया का रैंक इज़ 129th, यानी कि ह्यूमन डिवेलपमेंट च इंडिया हजे पिछे ही फिरता है। इकोनॉमी च तो इंडिया बहुत लंबी दौड़ ला रहा है, तेज़ दौड़ ला रहा है, अगे निकल रहे हौली हौली, लेकिन ह्यूमन डिवेलपमेंट इंडीकेटर्स पर्टिकुलरली जिवें एजुकेशन है, क्योंकि इंडिया की पॉपूलेशन बहुत ज़्यादा है, तो पर कैपिटा इनकम थोड़ी जी इंडिया की हजे भी थले है, तो ह्यूमन डिवेलपमेंट इंडिया थोड़ा जा लैग बिहाइंड कर रहा है। एंड इंडियाज़ रैंक तुसीं याद रखना है 129। पिछले साल दिस रैंक वॉस 130, तो इस साल थोड़ी एक रैंक की इंप्रूवमेंट हुई है। 2018 जी रिपोर्ट आई सी उस इंडिया का रैंक सी 130, नाउ इंडियाज़ रैंक इज़ 129। तो तुसीं रैंक ऑफ इंडिया पहली गल तो याद रखना है। इंडिया का HDI स्कोर कितना है, व्हाट इज़ द HDI इंडैक्स या व्हाट इज़ द HDI स्कोर, 0.647। तो ये जो स्कोर है आपां ऑन दी बेसिस ऑफ 0 to 1 का टोटल रेंज है, ऑन दी बेसिस ऑफ किसी कंट्री का कितना स्कोर है, आप 4 कैटेगरीज से डिवाइड कर देंगे हैं, वेरी हाई ह्यूमन डिवेलपमेंट, हाई ह्यूमन डिवेलपमेंट, मीडियम ह्यूमन डिवेलपमेंट एंड लो ह्यूमन डिवेलपमेंट। इंडिया का जो स्कोर के बेसिस पे इंडिया इज़ ग्रुप्ड इनटू, या इंडिया की कैटेगरी जी बनती है दैट इज़ मीडियम ह्यूमन डिवेलपमेंट कंट्री। इंडिया हैज़ बीन प्लेस्ड इन दी ग्रुप ऑफ मीडियम ह्यूमन डिवेलपमेंट कंट्रीज। हुण ह्यूमन डिवेलपमेंट स्कोर नालों ज़्यादा इंपॉर्टेंट होंदा है, एक तो रिलेटिव पोजीशन कितनी है कि बाकी कंट्रीज़ का कितना है। दूसरा एक होर इस इंपॉर्टेंट जी इंपॉर्टेंट फैक्टर मन्निया जाता है कि स्कोर इंप्रूव कितना होया। जिवें इंडिया जो 1990 च फर्स्ट रिपोर्ट आई सी, इंडिया का स्कोर वॉज ओनली 0.428। ओवर द पीरियड ऑफ टाइम आप डिवेलप हुए हैं, ओवर द पीरियड ऑफ टाइम अपनी पर कैपिटा इनकम ग्रो हुई है, ओवर द पीरियड ऑफ टाइम अपनी लाइफ एक्सपैक्टेंसी इंप्रूव हुई है, ओवर द पीरियड ऑफ टाइम अपनी एजुकेशनल सर्विसेज एजुकेशन सैक्टर ग्रो किया है, एजुकेशन फील्ड च आप काम किया है। एंड एज अ रिजल्ट ऑफ दैट 0.428 तो अपनी प्रोग्रेस हो गई है 0.647। तो तुसीं लेटेस्ट रिपोर्ट का पहला तो स्कोर याद रखना है 0.647 is the human development score of India and category अपनी medium human development। फिर जो इंडिया जिवें मैं पहला भी हमने मैंशन किया कि अपनी relative performance is important। तो what is the performance of India's neighbors? श्रीलंका
ਬੈਸਟ ਹੈ ਸਾਊਥ ਏਸ਼ੀਆ 'ਚ, ਬੈਸਟ ਕੰਟਰੀ ਇਨ ਸਾਊਥ ਏਸ਼ੀਆ ਜਾਂ ਹਿਊਮਨ ਡਿਵੈਲਪਮੈਂਟ ਪੁਆਇੰਟ ਆਫ ਵਿਊ ਤੋਂ ਸਭ ਤੋਂ ਬੈਸਟ ਸਕੋਰ ਕਿਹਦਾ ਹੈ, ਤਾਂ ਸ਼੍ਰੀਲੰਕਾ ਹੈਜ਼ ਦੀ ਬੈਸਟ ਸਕੋਰ ਇਨ ਸਾਊਥ ਏਸ਼ੀਆ ਐਂਡ ਅਮੰਗ ਦੀ ਇੰਡੀਆਸ ਨੇਬਰਸ ਆਲਸੋ 71 ਰੈਂਕ ਹੈ ਸ਼੍ਰੀਲੰਕਾ ਦਾ। China, though not in South Asia, but अपना neighbor है, China is also better placed as compared to India, 85 rank है इत्थों दा। बाकी भूटान, बांग्लादेश, म्यांमार, नेपाल, पाकिस्तान, अफगानिस्तान, they are ranked lower as compared to India। तो तुसीं दो नाम आ वाले याद रख लो तो बाकियां दा like understood ही है, they are lower than India। Sri Lanka and China are placed better than India। South Asia जो best performer तुसीं याद रखना श्रीलंका। ग्लोबल टॉपर्स इस साल की जी रिपोर्ट है दैट इज उस बेस्ट स्कोर है नॉर्वे का। नॉर्वे, स्विट्जरलैंड, आयरलैंड दे ऑक्यूपाई दी टॉप 3 पोजीशंस। ये जेडे आ वाले कंट्रीज है नॉर्वे, डेनमार्क, नीदरलैंड्स, स्वीडन, फिनलैंड, इन जनरल काफ़ी ही डिवेलप्ड कंट्रीज एंड ये ह्यूमन डिवेलपमेंट आसपैक्ट पर्टिकुलरली ये हमेशा टॉप ते रहंदे है, यही उपर थले माड़े जे हुंदे रहंदे है। सो नॉर्वे, स्विट्जरलैंड, आयरलैंड तुसीं टॉप 3 रैंकर्स याद रखने हैं। नॉर्वे ग्लोबल टॉपर है 2019 की रिपोर्ट च। जर्मनी एंड हांगकांग दा जॉइंट रैंक है 4th एंड 5th रैंक ऑस्ट्रेलिया दा मेलबोर्न, ठीक है जी। सो नॉर्वे, स्विट्जरलैंड, आयरलैंड, जर्मनी, हांगकांग 4th जॉइंट पोजीशन है, ऑस्ट्रेलिया इज़ 5th। तो ये कुछ ग्लोबल टॉपर्स दे विच तुसीं नाम ध्यान च रखोगे। हुण ये तो गल हो गई ह्यूमन डिवेलपमेंट इंडैक्स की। आपां जिहड़ियां रैंकिंग्स कीतियां, जिहड़े स्कोर कीते वो ह्यूमन डिवेलपमेंट इंडैक्स दे, जिहदी आपां कैलकुलेशन वगैरह भी तुहानूं मैं मोटा मोटा दस्सिया कि वो 3 पैरामीटर्स है उन्हां दी आपस च किस हिसाब नाल किन्नी परफॉर्मेंस उहदे बेसिस ते स्कोर कैलकुलेट किया जाता है। इस तो अलावा ह्यूमन डिवेलपमेंट इंडैक्स तो अलावा भी कुछ स्कोर्स है जिहड़े इस HDR रिपोर्ट च दिते हुंदे हैं, ह्यूमन डिवेलपमेंट रिपोर्ट च दिते हुंदे हैं अलॉन्ग विद ह्यूमन डिवेलपमेंट इंडैक्स। हुण इस तो अलावा किहड़े इंडैक्सिस इस रिपोर्ट का पार्ट है? इन इक्वैलिटी एडजस्टेड ह्यूमन डिवेलपमेंट इंडैक्स, जेंडर डिवेलपमेंट इंडैक्स, जेंडर इनइक्वैलिटी इंडैक्स, मल्टी डायमेंशनल पॉवर्टी इंडैक्स। सब तो पहला तो तुसीं इत्थे लाइक इस याद की रखना, अपन क्वेश्चन की आ सकता पेपर च कि विच ऑफ द फॉलोइंग इंडैक्सिस फॉर्म द पार्ट ऑफ ह्यूमन डिवेलपमेंट रिपोर्ट। थले 4 लिखे हुए 1 2 3 करके एंड ऑप्शंस बनाई हुई 1 and 3 ओनली, 2 and 4 ओनली, 1 2 and 3 ओनली, ऑल दी अबव। इस तरह के क्वेश्चन आते अपन पेपर च। तो तुसीं पहला तो ध्यान च रखना है कि वॉट ऑल इंडैक्सिस फॉर्म दी पार्ट ऑफ ह्यूमन डिवेलपमेंट रिपोर्ट। एक ह्यूमन डिवेलपमेंट इंडैक्स तो ऑबवियस ही है, वो तो है ही है। उहदे नाल इनइक्वैलिटी एडजस्टेड HDI, जेंडर डिवेलपमेंट इंडैक्स, जेंडर इनइक्वैलिटी इंडैक्स एंड मल्टी डायमेंशनल पॉवर्टी इंडैक्स। ये तुसीं 4 नाम एडिशनली याद रखने हैं। फिर जी 2019 की रिपोर्ट है, इनका थीम की है, इनका फोकस की है? इनइक्वैलिटी इन ह्यूमन डिवेलपमेंट इज़ दी थीम ऑफ द रिपोर्ट, ठीक है जी। आ थीम भी तुसीं ध्यान च रखना है। इनइक्वैलिटी द थीम ते है, तुसीं इत्थे लाइक मोटा याद रख सकते हो, इनइक्वैलिटी एडजस्टेड ह्यूमन डिवेलपमेंट, जेंडर इनइक्वैलिटी एंड दैट इज़ ऑल्सो द थीम। हुण ये जिहड़े डिफरेंट आपां इंडैक्सिस कीते, 4 इंडैक्सिस कीते, इस च है कि ये आपां ज़्यादा डिटेल च नहीं करांगे। इहदा बेसिक आपां नूं आइडिया पता होना चाहिए कि लाइक हाउ दीज इंडैक्सिस आर डिफरेंट फ्रॉम दी जिहड़ा अपना मेन वाला इंडैक्स है ह्यूमन डिवेलपमेंट इंडैक्स। ये कहता है, हुण इहदे नाम तो ही तुसीं देखो, इनइक्वैलिटी एडजस्टेड ह्यूमन डिवेलपमेंट इंडैक्स, के इनइक्वैलिटी करके ह्यूमन डिवेलपमेंट च की लॉस हो रहा है। ਜਿਹੜੇ ਆਪਾਂ ਹਿਊਮਨ ਡਿਵੈਲਪਮੈਂਟ ਫਿਗਰ ਆਪਾਂ ਪਹਿਲਾਂ ਕੈਲਕੂਲੇਟ ਕੀਤੀ ਕਿ ਉਹ ਹਿਊਮਨ ਡਿਵੈਲਪਮੈਂਟ ਯੂਨੀਫਾਰਮਲੀ ਡਿਸਟ੍ਰੀਬਿਊਟਡ ਆਲ ਅਕ੍ਰੋਸ ਦੀ ਪੋਪੂਲੇਸ਼ਨ ਹੈ ਕਿ ਕਿਸੇ ਵੀ ਰੀਜਨ ਦਾ, ਕਿਸੇ ਵੀ ਜੈਂਡਰ ਦਾ, ਕਿਸੇ ਵੀ ਕਲਾਸ ਦਾ ਤੁਸੀਂ ਬੰਦਾ ਉਠਾ ਲਓ, ਕਿਆ ਉਹ ਇਕੁਅਲ ਅਮਾਊਂਟ ਆਫ ਹਿਊਮਨ ਡਿਵੈਲਪਮੈਂਟ ਐਕਸਪੀਰੀਅੰਸ ਕਰ ਰਿਹਾ ਹੈ? ਇੱਦਾਂ ਯੂਜੂਲੀ ਨਹੀਂ ਹੁੰਦਾ। ਇਨਇਕੁਐਲਿਟੀ ਕਰਕੇ ਜਿਹੜਾ ਕਿਸੇ ਏਰੀਆ 'ਚ
like some regions are more developed as compared to some regions, some areas are more developed, some say ke class of people they are more developed as compared to the other people. इस करके invariably across every country inequality करके human development index ਦੀ value थोड़ी जी घट जाती है। तो ये जड़ा index है IHDI ਇਹ ਇਸੇ ਰਿਡਕਸ਼ਨ ਨੂੰ ਮੈਜਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰਸੈਂਟੇਜ ਲਾਸ ਇਨ HDI ਡਿਊ ਟੂ ਇਨਇਕੁਐਲਿਟੀ। ਇੰਡੀਆ ਦਾ ਲਾਈਕ ਵਾਟ ਇਜ਼ ਇੰਡੀਆਜ਼ ਪੋਜੀਸ਼ਨ ਵਿਦ ਰਿਸਪੈਕਟ ਟੂ ਦਿਸ ਇੰਡੈਕਸ। as far as IHDI is concerned, ਇੰਡੀਆ ਦਾ ਰੈਂਕ ਹੈ 130। ਜਸਟ HDI ਦੀ ਗੱਲ ਕਰੀਏ, ਨੋਰਮਲ HDI ਦੀ ਗੱਲ ਕਰੀਏ ਤਾਂ ਇੰਡੀਆ ਦਾ ਰੈਂਕ ਹੈ 129। क्योंकि हुण आपां इनइक्वैलिटी भी फैक्टर इन करती एंड हरेक कंट्री के केस च आपां इनइक्वैलिटी फैक्टर इन की। इनइक्वैलिटी फैक्टर इन करन तो बाद इंडिया का रैंक बन जाता है 130। ठीक है जी, तो स्कोर इंडिया का काफ़ी फॉल कर जाता है। ओरिजिनल स्कोर सीगा अपना 0.647, हुण 0.4777 ही रह गया। तो स्कोर तो इनवेरिएबली फॉल करूगा। तुसीं स्कोर बस आह याद रखना, सारे स्कोर याद रख के तो एवं दिमाग प्रैशर कुकर वांगू फट जाता है। आह 0.647 वाला तुसीं स्कोर याद रखना एंड ये याद रखना कि एक पोजीशन का आपां नूं लॉस होया जो आपां इनइक्वैलिटी नूं फैक्टर इन करते हैं। फिर जेंडर डेवलपमेंट इंडैक्स, एंड कुछ तो नाम तो ही क्लीयर है। जेंडर के पॉइंट ऑफ व्यू तो कितनी डेवलपमेंट है कि अक्रॉस डिफरेंट जेंडर्स मेल एंड फीमेल क्या डेवलपमेंट यूनिफॉर्मली डिस्ट्रीब्यूटेड है या नहीं है। इट मेजर्स जेंडर गैप्स इन ह्यूमन डेवलपमेंट बाय अकाउंटिंग फॉर जेंडर गैप्स मेजर करने की करता है बाय अकाउंटिंग फॉर डिस्पैरिटीज बिटवीन मैन एंड विमेन इन 3 बेसिक डायमेंशनस। वही जड़े अपने पुराने वाले बेसिक 3 डायमेंशनस है, नॉलेज, लॉन्ग एंड हेल्दी लाइफ एंड डिसेंट स्टैंडर्ड ऑफ लिविंग। ਜਿਹੜੇ 3 बेसिक डायमेंशनस है वो मेल्स एंड फीमेल्स ਦੇ ਵਿੱਚ ਕਿੰਨੀਆਂ डिस्पैरिटीज है ਉਹਨਾਂ ਨੂੰ ਮੈਜਰ ਕਰਦਾ ਹੈ ਇਹ ਵਾਲਾ ਇੰਡੈਕਸ। ਹੁਣ ਕਲੋਜ਼ਰ ਦੀ ਰੇਸ਼ੋ ਇਜ਼ ਟੂ 1 ਸਮੋਲਰ ਦੀ ਗੈਪ ਬਿਟਵੀਨ ਮੈਨ ਐਂਡ ਵਿਮਨ। ਜਿੰਨਾ 1 ਦੇ ਨੇੜੇ ਹੋਊਗਾ, 1 ਨੂੰ ਗੁੱਡ ਸਕੋਰ ਮੰਨਿਆ ਜਾਂਦਾ, ਜਿੰਨਾ 1 ਦੇ ਨੇੜੇ ਹੋਊਗਾ ਉਹਨਾਂ ਗੈਪ ਘੱਟ ਹੈ। गैप घट यानी कि इनइक्वैलिटी नहीं हैगी, डिस्पैरिटी नहीं हैगी, मैन एंड वीमेन आर इक्वली प्लेस्ड। India is only marginally better than South Asian average on development gender development index। इस जो basic South Asia दी performance है वही उतनी कोई India दी performance है 0.829 versus 0.828। तो इंडिया का स्कोर है 0.829। अगेन मैं तुहानूं दस्सिया कि इन्नियां सारियां वैल्यूज़ याद रखने की लोड़ नहीं, आपां नूं बेसिक आइडिया पता होना चाहिए बाकी दे इंडैक्सिस च मेजर की हो रहा है एंड जो कोई स्पैसीफिक जिहा फीचर हैगा इन्हां दा। वैल्यूज़ जिहड़ियां तुसीं HDI नॉर्मल वालियां वैल्यूज़ याद रखनी है, इंडिया का स्कोर याद रखना है, 0.647 वैल्यू है, 129 इंडिया का रैंक है। नाउ जेंडर इनइक्वैलिटी इंडैक्स, हुण इत्थे भी ना थोड़ा जिहा डिफरेंस है विद रिस्पैक्ट टू जेंडर डेवलपमेंट इंडैक्स। जेंडर डेवलपमेंट इंडैक्स च अपने जिहड़े उही 3 बेसिक पैरामीटर सीगे ह्यूमन डेवलपमेंट वाले, HDI, GDI, नाम मिलता जुलता जाए। इत्थे आपां की कर रहे सीगे, जिहड़े HDI वाले पैरामीटर्स है उन्हां दे कंटैक्सट च की डिफरेंसिस है एज फार एज मेल्स एंड फीमेल्स आर कंसर्नड, की डिस्पैरिटीज़ है बिटवीन मेल्स एंड फीमेल्स विद रिस्पैक्ट टू HDI वाले ही पुराने वाले इंडिकेटर्स। लेकिन हुण आपां डिफरेंट इंडिकेटर्स का इस्तेमाल कर रहे हैं, डिफरेंट डायमेंशनस का इस्तेमाल कर रहे हैं with respect to reproductive health, with respect to empowerment, political empowerment के ਇਹਦੇ ਲਈ ਆਪਾਂ इंडिकेटर यूज़ करते हैं कि पार्लियामेंट 'ਚ किन्ने से कि MPs वगैरह बैठे हुए हैं या मैंबर बैठे हुए हैं, वीमेन मैंबर्स बैठे हुए हैं, लेबर मार्केट, इन्हां 3 डायमेंशनस के कंटैक्सट 'ਚ विमेन की की परफॉर्मेंस है with respect to the male population, ਉਹਦੇ बेसिस ਤੇ ਆਪਾਂ जेंडर इनइक्वैलिटी इंडैक्स कैलकुलेट किया। तो 2 जेंडर वाले ਜਿਹੜੇ इंडैक्सिस आई बिलीव ਤੁਹਾਨੂੰ ਉਹਨਾਂ ਦਾ डिफरेंस पता लग गया है। जे ਤਾਂ ਆਪਾਂ HDI वाले ही ਜਿਹੜੇ 3 डायमेंशनस है ਜਿਹੜੇ ਤੁਹਾਨੂੰ ਹੁਣ तक तो याद ही हो गए होने हैं, डिसेंट स्टैंडर्ड ऑफ लिविंग, नॉलेज एंड पहले वाला लॉन्ग एंड हैल्दी लाइफ। जे इन्हां 3 डायमेंशनस के केस च ਆਪਾਂ मेल एंड फीमेल के डिफरेंसिस देखिए तो वो GDI है। जे आप इन्हां 3
ਪੈਰਾਮੀਟਰਸ ਦੇ ਕੰਟੈਕਸਟ 'ਚ ਰੀਪਰੋਡਕਟਿਵ ਹੈਲਥ, ਐਮਪਾਵਰਮੈਂਟ ਐਂਡ ਲੇਬਰ ਮਾਰਕੀਟ ਆਪਾਂ ਡਿਫਰੈਂਸਿਸ ਵੇਖੀਏ ਜਾਂ ਫੀਮੇਲਸ ਦੀ ਪਰਫਾਰਮੈਂਸ ਦੇਖੀਏ ਵਿਦ ਰਿਸਪੈਕਟ ਟੂ ਮੇਲਸ ਤਾਂ ਉਹ ਆਉਂਦਾ ਜੈਂਡਰ ਇਨਇਕੁਐਲਿਟੀ ਇੰਡੈਕਸ। ਠੀਕ ਹੈ ਜੀ, ਇੰਡੀਆ ਦਾ ਰੈਂਕ 122 ਹੈ ਆਊਟ ਆਫ 162 ਕੰਟਰੀਜ਼। ਅਗੇਨ ਚਾਈਨਾ, ਸ਼੍ਰੀਲੰਕਾ ਬੈਟਰ ਪਰਫਾਰਮ ਕਰਦੇ ਹੈ। ਤਾਂ ਬੇਸਿਕਲੀ ਇੱਥੇ ਤੁਹਾਨੂੰ ਲਾਈਕ ਪਤਾ ਹੋਣਾ ਚਾਹੀਦਾ ਕਿ ਇਹ ਇੰਡੈਕਸਿਸ ਹੈ ਕੀ। ਨੈਕਸਟ ਹੈ ਮਲਟੀ ਡਾਇਮੈਂਸ਼ਨਲ ਪੋਵਰਟੀ। ਆਪਣੇ ਦੇਸ਼ 'ਚ ਕੀ ਕਰਦੇ, ਜਿਵੇਂ ਆਪਾਂ ਪੋਵਰਟੀ ਲਾਈਨ ਦਾ ਕੰਸੈਪਟ ਕਰਦੇ ਹਾਂ ਕਿ ਯਾਰ ਇੱਕ ਲਾਈਨ ਲਾਤੀ ਜੀ, ਜਿਹਨੇ ਇਸ ਤੋਂ ਜ਼ਿਆਦਾ ਪੈਸੇ ਕਮਾ ਲਏ ਉਹ ਅਮੀਰ ਹੈ, ਜਿਹੜਾ ਜਿਹਨੇ ਇਸ ਤੋਂ ਘੱਟ ਪੈਸੇ ਕਮਾਏ ਉਹ ਬਿਲੋ ਪੋਵਰਟੀ ਲਾਈਨ ਹੈ। ਉਹਦੇ ਬੇਸਿਸ 'ਤੇ ਉਹਦੀਆਂ ਕੁਛ ਇੰਟਾਈਟਲਮੈਂਟਸ ਵਗੈਰਾ ਹੁੰਦੀ ਹੈ, ਸਰਕਾਰ ਉਹਦੇ ਲਈ ਕੁਛ ਐਫਰਟਸ ਕਰਦੀ ਹੈ, ਸਰਕਾਰ ਉਹਨੂੰ ਕੁਛ ਇੰਟਾਈਟਲਮੈਂਟਸ ਦਿੰਦੀ ਹੈ। ਇਸ 'ਚ ਕੀ ਗੱਲ ਹੋ ਰਹੀ ਹੈ, ਮਲਟੀ ਡਾਇਮੈਂਸ਼ਨਲ ਪੋਵਰਟੀ। ਕਹਿੰਦੇ ਸਿਰਫ ਪੈਸਾ ਹੀ ਨਹੀਂ ਡਿਸਾਈਡ ਕਰਦਾ ਕਿ ਤੁਸੀਂ ਪੂਅਰ ਹੋ ਕਿ ਨਹੀਂ ਹੋ। Poverty has multiple dimensions. The index identifies deprivations across the same three dimensions: education, health and living standards. ਉਹੀ ਤਿੰਨ ਜਿਹੜੀਆਂ dimensions ਹੈ ਉਹਦੇ across deprivations ਨੂੰ measure ਕਰਦਾ ਹੈ। Indicators ਥੋੜੇ ਸੇ ਜ਼ਿਆਦਾ ਲੈਂਦਾ ਹੈ, ਕੁਛ 10 indicators ਲੈਂਦਾ ਹੈ ਇਹ। On the basis of that ਇਹ measure ਕਰਦਾ ਹੈ ਕਿ ਕੀ ਲੋਕ educationally deprived ਹੈ, ਕਿ ਲੋਕ ਹੈਲਥ ਪੁਆਇੰਟ ਆਫ ਵਿਊ ਤੋਂ ਡਿਪਰਾਈਵਡ ਹੈ, ਕਿ ਲੋਕ ਲਿਵਿੰਗ ਸਟੈਂਡਰਡਸ ਤੋਂ, ਇਨਕਮ ਪੁਆਇੰਟ ਆਫ ਵਿਊ ਤੋਂ ਡਿਪਰਾਈਵਡ ਹੈ। ਜੇ ਇਹਨਾਂ 'ਚ ਡਿਫਰੈਂਟ ਸੇ ਕਿ ਕੋਈ ਹੋ ਸਕਦਾ ਕਿਸੇ ਕੋਲ ਪੈਸੇ ਤਾਂ ਹੋਣ ਲੇਕਿਨ ਹੈਲਥ ਫੈਸਿਲਿਟੀਜ਼ ਚੰਗੀਆਂ ਨਾ ਹੋਣ, ਚੰਗੀ ਐਜੂਕੇਸ਼ਨ ਉੱਥੇ ਮਿਲਦੀ ਨਾ ਹੋਵੇ, ਤਾਂ ਉਹ ਇਕਨੋਮਿਕਲੀ ਤਾਂ ਡਿਪਰਾਈਵਡ ਨਹੀਂ ਹੈਗਾ ਲੇਕਿਨ ਹਿਊਮਨ ਡਿਵੈਲਪਮੈਂਟ ਦੇ ਪੁਆਇੰਟ ਆਫ ਵਿਊ ਤੋਂ ਡਿਪਰਾਈਵਡ ਹੈ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਮਲਟੀ ਡਾਇਮੈਂਸ਼ਨਲੀ ਪੂਅਰ ਹੈ। ਤਾਂ ਮਲਟੀ ਡਾਇਮੈਂਸ਼ਨਲ ਪੋਵਰਟੀ ਇੰਡੈਕਸ ਇਹਦੇ ਲਈ ਆਉਂਦਾ। ਠੀਕ ਹੈ ਜੀ, ਇੰਡੀਆ ਅਕਾਊਂਟਸ ਫॉर, ਹੁਣ ਇਹ ਰਿਪੋਰਟ ਕਹਿੰਦੀ ਹੈ ਕਿ ਦੇਰ ਆਰ ਅਪਰੋਕਸੀਮੇਟਲੀ 1.3 ਬਿਲੀਅਨ ਮਲਟੀ ਡਾਇਮੈਂਸ਼ਨਲੀ ਪੂਅਰ ਪੀਪਲ ਇਨ ਦੀ ਵਰਲਡ। 7 ਬਿਲੀਅਨ ਟੋਟਲ ਪੋਪੂਲੇਸ਼ਨ ਹੈ, 7 ਬਿਲੀਅਨ 'ਚ 1.3 ਬਿਲੀਅਨ ਕਹਿੰਦੇ ਮਲਟੀ ਡਾਇਮੈਂਸ਼ਨਲੀ ਪੂਅਰ ਹੈ। ਐਂਡ ਉਹਨਾਂ 1.3 ਮਲਟੀ ਡਾਇਮੈਂਸ਼ਨਲੀ ਪੂਅਰ 'ਚ ਵੀ 1/4 ਤਾਂ ਇੰਡੀਆ 'ਚ ਹੈ। 28% of the global multi-dimensionally poor people live in India according to 2019 ਵਾਲੀ ਰਿਪੋਰਟ। ਤਾਂ ਇਹ ਡਿਫਰੈਂਟ ਆਸਪੈਕਟ ਸੀਗੇ ਜਿਹੜੇ HDI ਰਿਪੋਰਟ 'ਚ ਮੈਂਸ਼ਨਡ ਹੈ। ਨਾਓ ਆਈ ਬਿਲੀਵ ਤੁਹਾਨੂੰ ਹਿਊਮਨ ਡਿਵੈਲਪਮੈਂਟ ਦਾ ਕੰਸੈਪਟ ਪਤਾ ਹੈ, ਹਿਊਮਨ ਡਿਵੈਲਪਮੈਂਟ ਇੰਡੈਕਸ ਬਾਰੇ ਪਤਾ ਹੈ, ਹਿਊਮਨ ਡਿਵੈਲਪਮੈਂਟ ਰਿਪੋਰਟ ਬਾਰੇ ਪਤਾ ਹੈ, ਕੌਣ ਪਬਲਿਸ਼ ਕਰਦਾ ਹੈ, ਐਨੂਅਲੀ ਪਬਲਿਸ਼ ਹੁੰਦੀ ਹੈ, ਐਂਡ ਤੁਹਾਨੂੰ ਹਿਊਮਨ ਡਿਵੈਲਪਮੈਂਟ ਰਿਪੋਰਟ 2019 ਦਾ ਡੇਟਾ ਵਗੈਰਾ ਵੀ ਪਤਾ ਹੈ। ਥੀਮ ਆਫ 2019 ਰਿਪੋਰਟ ਵੀ ਤੁਸੀਂ ਯਾਦ ਰੱਖਣੀ ਹੈ। ਠੀਕ ਹੈ ਜੀ, ਇਨਇਕੁਐਲਿਟੀ ਰਿਲੇਟਡ ਹੈ। ਹੁਣ ਇਹਦੇ ਹੀ ਕੰਟੈਕਸਟ 'ਚ ਇੱਕ ਹੋਰ ਕੰਸੈਪਟ ਹੁੰਦਾ ਹੈ ਗ੍ਰੋਸ ਨੈਸ਼ਨਲ ਹੈਪੀਨੈਸ। ਭੂਟਾਨ ਦੇ ਰਾਜਾ ਸੀਗੇ ਜਿਗਮੇ ਵਾਂਗਚੁਕ। ਇਹ ਗ੍ਰੋਸ ਨੈਸ਼ਨਲ ਹੈਪੀਨੈਸ ਦਾ ਕੰਸੈਪਟ ਦਿੰਦੇ ਆ। ਜਿਵੇਂ ਆਪਾਂ ਗੱਲ ਕੀਤੀ ਕਿ ਪੈਸੇ ਤੋਂ ਉੱਪਰ ਹੁੰਦਾ ਹੈ ਕੰਸੈਪਟ ਆਫ ਡਿਵੈਲਪਮੈਂਟ। ਇਹਨਾਂ ਹੀ ਲਾਈਨਸ ਤੇ ਲਾਈਕ ਵੀ ਕਾਲ ਦਿਸ concept as HDI, ਜਿੱਥੇ ਅਦਰ ਡਾਇਮੈਂਸ਼ਨਸ ਆਰ ਆਲਸੋ ਇੰਪੋਰਟੈਂਟ ਅਲੋਂਗ ਵਿਦ ਮਨੀ। ਐਂਡ ਇਹਦਾ ਜਿਹੜਾ ਟੈਕਨੀਕਲ ਜਿਹੜਾ ਸਟਾਰਟਿੰਗ ਹੈ ਉਹ ਆਪਾਂ 1990 ਤੋਂ ਮੰਨਦੇ ਹਾਂ। ਉਸ ਤੋਂ ਪਹਿਲਾਂ ਵੀ 1970s 'ਚ ਭੂਟਾਨ ਦੇ ਕਿੰਗ ਇਹ ਕੰਸੈਪਟ ਦਿੰਦੇ ਆ ਗ੍ਰੋਸ ਨੈਸ਼ਨਲ ਹੈਪੀਨੈਸ ਦਾ। ਕਹਿੰਦੇ ਤੁਸੀਂ ਅਗੇਨ ਉਹੀ ਗੱਲ, ਪੈਸਾ ਹੀ ਜ਼ਿੰਦਗੀ 'ਚ ਸਭ ਕੁਛ ਨਹੀਂ ਹੁੰਦਾ, ਕੁਛ ਹੋਰ ਪੈਰਾਮੀਟਰਸ ਵੀ ਹੋਣੇ ਚਾਹੀਦੇ ਹੈ ਜਿਹਦੇ ਬੇਸਿਸ 'ਤੇ ਤੁਸੀਂ ਮੈਜਰ ਕਰੋਗੇ ਇੱਕ ਕੰਟਰੀ ਕਿੰਨਾ ਵਧੀਆ ਐਜ਼ ਕੰਪੇਅਰ ਟੂ ਦੂਸਰਾ ਕੰਟਰੀ, ਕਿ ਉੱਥੋਂ ਦੇ ਲੋਕ ਕਿੰਨੇ ਜ਼ਿਆਦਾ ਖੁਸ਼ ਹੈ। ਐਂਡ ਲਾਈਕ ਇਟ ਇਜ਼ ਸੈਡ ਟਰੂ ਹੈਪੀਨੈਸ ਇਜ਼ ਕੰਟੈਂਟਮੈਂਟ। ਸੰਤੁਸ਼ਟੀ, ਤ੍ਰਿਪਤੀ ਜਿਹੜੇ ਬੰਦੇ ਨੂੰ ਆ ਗਈ ਉਹੀ ਖੁਸ਼ ਹੈ। ਤਾਂ ਇੱਕ ਕੰਟਰੀ ਦੇ, ਇੱਕ ਰੀਜਨ ਦੇ ਲੋਕ ਕਿੰਨੇ ਜ਼ਿਆਦਾ ਖੁਸ਼ ਹੈ ਇਹ ਡਿਪੈਂਡ ਕਰਦਾ, ਲਾਈਕ ਇਹ ਡਿਸਾਈਡ ਕਰੂਗਾ ਕਿ ਉਹ ਕੰਟਰੀ ਕਿੰਨਾ ਵਧੀਆ ਐਜ਼ ਕੰਪੇਅਰ ਟੂ ਅਦਰ ਕੰਟਰੀਜ਼। ਤਾਂ ਮੋਟਾ ਜਿਹਾ ਬਸ ਇਸ 'ਚ ਤੁਸੀਂ ਕੋਈ ਜ਼ਿਆਦਾ ਡੇਟਾ ਵਗੈਰਾ ਹੈ ਨਹੀਂ ਗਾ, ਇਹ 'ਚ ਯਾਦ ਰੱਖਣਾ 1970s 'ਚ ਭੂਟਾਨ ਦੇ ਕਿੰਗ ਜਿਗਮੇ ਵਾਂਗਚੁਕ ਨੇ ਇਹ ਕੰਸੈਪਟ ਦਿੱਤਾ ਸੀਗਾ। ਬੇਸਿਕ ਜਿਹਾ ਕੁਐਸਚਨ ਆਪਾਂ ਨੂੰ ਪੇਪਰ 'ਚ ਆ ਸਕਦਾ ਹੈ ਕਿ ਇਕਨੋਮਿਕ ਅਪਰੋਚ ਨਾਲ ਤਾਂ ਡੀਹਿਊਮਨਾਈਜੇਸ਼ਨ ਆਫ ਦੀ ਡਿਵੈਲਪਮੈਂਟ ਪ੍ਰੋਸੈਸ ਹੋ ਜਾਂਦੀ ਹੈ, ਤਾਂ ਥੋੜ੍ਹਾ ਜਿਹਾ ਹਿਊਮਨ ਫੈਕਟਰ ਨੂੰ ਇਨਕਲੂਡ ਕੀਤਾ ਜਾਵੇ। ਕਿ ਇਹਦੇ 4 ਬੇਸਿਕ ਪਿਲਰਸ ਹੈ ਗ੍ਰੋਸ ਨੈਸ਼ਨਲ ਹੈਪੀਨੈਸ ਦੇ: ਗੁੱਡ ਗਵਰਨੈਂਸ, ਸਸਟੇਨੇਬਲ ਸੋਸ਼ੋ ਇਕਨੋਮਿਕ ਡਿਵੈਲਪਮੈਂਟ,
ਕਲਚਰਲ ਪ੍ਰੈਜ਼ਰਵੇਸ਼ਨ ਐਂਡ ਐਨਵਾਇਰਮੈਂਟਲ ਕੰਜ਼ਰਵੇਸ਼ਨ, ਇਹ 4 ਪਿਲਰਸ ਮੰਨੇ ਜਾਂਦੇ ਆ ਗ੍ਰੋਸ ਨੈਸ਼ਨਲ ਹੈਪੀਨੈਸ ਦੇ। ਗਵਰਨੈਂਸ, ਪੋਲੀਟੀਕਲ ਫੈਕਟਰਸ ਆ ਗਏ, ਸੋਸ਼ੋ ਇਕਨੋਮਿਕ ਫੈਕਟਰਸ ਆ ਗਏ, ਸੋਸ਼ੋ ਇਕਨੋਮਿਕ ਡਿਵੈਲਪਮੈਂਟ, ਕਲਚਰਲ फैक्टर्स आ गए कि कल्चरल प्रिजर्वेशन है कि नहीं, अपने इतिहास के धरोहरों को बचाया जा रहा है या नहीं। एनवायरमेंटल कंजर्वेशन कि क्या नेचुरल एनवायरमेंट भी कंजर्व किया जा रहा है कि नहीं। दीज आर कंसिडर्ड एज 4 पिलर्स ऑफ GNH। ਇਹਦੇ ਨਾਲ ਹੀ ਰਿਲੇਟਡ ਕੁਝ ਇੰਡੀਆ ਸਪੈਸੀਫਿਕ ਨਿਊਜ਼ ਆਪਾਂ ਨੂੰ ਪਤਾ ਹੋਣੀ ਚਾਹੀਦੀ ਹੈ, ਨਾਟ ਦੀ ਰੀਸੈਂਟ ਵਨ, ਲੇਕਿਨ ਥੋੜੀ ਜਿਹੀ ਪੁਰਾਣੀ ਹੋ ਗਈ ਹੈ। 2 states in my जानकारी हजे तक दी, 2 states of India have happiness departments। ਤੁਸੀਂ ਡਿਪਾਰਟਮੈਂਟ ਆਫ ਫਾਈਨੈਂਸ ਸੁਣਿਆ ਹੋਣਾ, ਹੋਮ ਡਿਪਾਰਟਮੈਂਟ ਸੁਣਿਆ ਹੋਣਾ, ਐਗਰੀਕਲਚਰਲ ਡਿਪਾਰਟਮੈਂਟ, ਇਰੀਗੇਸ਼ਨ ਡਿਪਾਰਟਮੈਂਟ ਹੁੰਦਾ ਹੈ। 2 ਸਟੇਟਾਂ ਨੇ ਹੈਪੀਨੈਸ ਡਿਪਾਰਟਮੈਂਟ ਵੀ ਸਟੈਬਲਿਸ਼ ਕੀਤੇ ਹੋਏ ਹੈ। MP 2016 ਚ MP became the first state ਜਿਹਨੇ ਹੈਪੀਨੈਸ ਡਿਪਾਰਟਮੈਂਟ ਬਣਾਤਾ। ਇਸ ਡਿਪਾਰਟਮੈਂਟ ਦਾ ਕੰਮ ਹੈ ਬਾਕਾਇਦਾ, ਇੱਥੇ ਸੈਕਟਰੀ ਹੈਡ ਕਰਦਾ, ਪ੍ਰਿੰਸੀਪਲ ਸੈਕਟਰੀ ਹੈਡ ਕਰਦਾ, ਬੈਠਦਾ, ਉੱਥੋਂ ਦੇ ਅਫਸਰਾਂ ਦੀ ਰਿਸਪੌਂਸਿਬਿਲਿਟੀ ਕੀ ਹੈ ਇਸ ਡਿਪਾਰਟਮੈਂਟ ਦੇ ਆਫਿਸਰਸ ਦੀ, ਟੂ ਇਨਸ਼ੋਰ ਕਿ ਲੋਕ ਖੁਸ਼ ਹੈ। ਕਿਵੇਂ ਇਨਸ਼ੋਰ ਕਰਦੇ ਆ, ਲਾਈਕ ਉਹ ਆਪਣੇ ਪ੍ਰੋਗਰਾਮਸ ਵਗੈਰਾ ਚਲਾ ਰਹੇ ਆ। ਜਿਵੇਂ ਹੁਣ ਵੀ ਹੁਣ ਜਦੋਂ ਕੋਰੋਨਾ ਇਸਟੈਬਲਿਸ਼ ਹੋਇਆ ਤਾਂ ਹੈਪੀਨੈਸ ਡਿਪਾਰਟਮੈਂਟ ਨੂੰ ਕਾਫੀ ਕੰਮ ਦਿੱਤਾ ਗਿਆ ਸੀ MP 'ਚ, ਟੂ ਲੁੱਕ ਫॉर ਦੀ ਵੈਲਫੇਅਰ ਆਫ ਦੀ ਪੀਪਲ। ਕਹਿੰਦੇ ਜੇ ਲੋਕ ਹੈਲਦੀ ਹੋਣਗੇ ਤਾਂ ਹੀ ਤਾਂ ਉਹ ਖੁਸ਼ ਹੋਣਗੇ, ਪਹਿਲਾਂ ਜ਼ਿੰਦਾ ਹੋਣ ਫਿਰ ਉਹ ਹੈਲਦੀ ਹੋਣ ਤਾਂ ਹੀ ਤਾਂ ਉਹ ਖੁਸ਼ ਹੋਣਗੇ। ਤਾਂ MP ਤੁਸੀਂ ਤਾਂ ਬਸ ਬੇਸਿਕ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਯਾਦ ਰੱਖਣਾ, MP ਤੇ ਆਂਧਰਾ ਪ੍ਰਦੇਸ਼ 2 ਸਟੇਟਸ ਹੈ ਜਿਨ੍ਹਾਂ ਨੇ ਹੈਪੀਨੈਸ ਡਿਪਾਰਟਮੈਂਟ ਇਸਟੈਬਲਿਸ਼ ਕੀਤਾ ਹੋਇਆ। ਆਂਧਰਾ ਪ੍ਰਦੇਸ਼ 'ਚ 2018 'ਚ ਹੋਇਆ ਸੀਗਾ, ਮੱਧ ਪ੍ਰਦੇਸ਼ 'ਚ 2016 'ਚ। ਨਾਓ ਅਗੇਨ ਇਸੇ ਹੀ ਕਨਸੈਪਟ ਦੇ ਨਾਲ ਰਿਲੇਟਡ ਹੈ ਵਰਲਡ ਹੈਪੀਨੈਸ ਰਿਪੋਰਟ। ਹਰ ਸਾਲ ਇਹ ਰਿਪੋਰਟ ਪਬਲਿਸ਼ ਕੀਤੀ ਜਾਂਦੀ ਹੈ ਜਿਹੜੀ ਕਿ ਡਿਫਰੈਂਟ ਕੰਟਰੀਜ਼ ਨੂੰ ਰੈਂਕ ਕਰਦੀ ਹੈ ਕਿ ਉੱਥੋਂ ਦੇ ਸਿਟੀਜ਼ਨਸ, ਉੱਥੋਂ ਦੇ ਲੋਕ ਕਿੰਨੇ ਖੁਸ਼ ਹੈ, ਕਿੰਨੇ ਸੈਟਿਸਫਾਈਡ ਹੈ ਆਪਣੀਆਂ ਸਰਕਾਰਾਂ ਤੋਂ। ਅਗੇਨ ਆਈਡੀਆ ਕੁਛ ਉੱਦਾਂ ਦਾ ਹੀ ਹੈ ਜਿਵੇਂ ਭੂਟਾਨ ਦੇ ਕਿੰਗ ਜਿਗਮੇ ਵਾਂਗਚੁਕ ਨੇ ਦਿੱਤਾ ਸੀਗਾ, ਲੇਕਿਨ ਮਤਲਬ ਇਹ ਚੀਜ਼ ਜ਼ਿਆਦਾ ਕੁਆਂਟੀਫਾਈਡ ਹੈ ਐਂਡ ਹਰ ਸਾਲ ਪਬਲਿਸ਼ ਕੀਤੀ ਜਾਂਦੀ ਹੈ। UN ਦੀ ਏਜੰਸੀ ਹੈ UN ਸਸਟੇਨੇਬਲ ਡਿਵੈਲਪਮੈਂਟ ਸੋਲਿਊਸ਼ਨਸ ਨੈਟਵਰਕ। ਇਹ UN ਦੀ ਏਜੰਸੀ ਹਰ ਸਾਲ ਇਹ ਰਿਪੋਰਟ ਪਬਲਿਸ਼ ਕਰਦੀ ਹੈ, ਵਰਲਡ ਹੈਪੀਨੈਸ ਰਿਪੋਰਟ। ਮਾਰਚ ਦੇ ਅਰਾਊਂਡ ਇਹ ਰਿਪੋਰਟ ਆਉਂਦੀ ਹੈ, ਤਾਂ ਇਸ ਸਾਲ ਦੀ ਰਿਪੋਰਟ ਆਈ ਹੋਈ ਹੈ ਮਾਰਚ 2020 'ਚ। ਦਿਸ ਇਜ਼ ਦੀ ਲੇਟੈਸਟ ਰਿਪੋਰਟ। ਨਾਓ ਵਾਟ ਇਜ਼ ਇੰਡੀਆਸ ਰੈਂਕ। ਇੱਕ ਤੁਸੀਂ HDI ਵਾਲੇ ਰੈਂਕ ਯਾਦ ਰੱਖਣੇ ਆ, ਤੁਸੀਂ ਇਹਦਾ ਵੀ ਰੈਂਕ ਯਾਦ ਰੱਖਣਾ। ਟੋਟਲ 156 ਕੰਟਰੀਜ਼ ਨੂੰ ਇਹਨੇ ਮੋਨੀਟਰ ਕੀਤਾ ਐਂਡ ਇੰਡੀਆ ਦਾ ਰੈਂਕ ਇਜ਼ 144। ਦੇਖ ਲਓ ਕਿੰਨੀ ਖਸਤਾ ਹਾਲਤ ਹੈ। ਲਾਸਟ 15 ਜਾਂਦੇ ਆਪਾਂ, ਬਸ ਆਲਮੋਸਟ ਲਾਸਟ 10 ਚ ਆਉਣ ਹੀ ਵਾਲੇ ਹੈ। 156 ਟੋਟਲ ਕੰਟਰੀਜ਼ ਮੈਜਰ ਕੀਤੇ ਆ ਐਂਡ 144th ਇਜ਼ ਦੀ ਰੈਂਕ ਆਫ ਇੰਡੀਆ। ਲਾਈਕ ਇਟ ਜਸਟ ਸਰਵੇ ਵਗੈਰਾ ਕਰਵਾਇਆ ਜਾਂਦਾ, ਸੈਂਪਲ ਸਰਵੇ ਕਰਵਾਇਆ ਜਾਂਦਾ ਐਂਡ ਪੁੱਛਿਆ ਜਾਂਦਾ ਵੀ ਲੋਕਾਂ ਤੋਂ ਤੁਸੀਂ ਕਿੰਨੇ ਖੁਸ਼ ਹੋ ਆਪਣੀ ਸਰਕਾਰ ਤੋਂ, ਤੁਸੀਂ ਕਿੰਨੇ ਖੁਸ਼ ਹੋ ਇੱਥੋਂ ਦੇ ਸਿਸਟਮ ਤੋਂ, ਤੁਸੀਂ ਕਿੰਨੇ ਖੁਸ਼ ਹੋ ਇੱਥੋਂ ਦੀ ਡਿਵੈਲਪਮੈਂਟਲ ਪ੍ਰੋਸੈਸ ਤੋਂ। ਇਸ ਤਰ੍ਹਾਂ ਦਾ ਕੁਐਸਚਨੇਅਰ ਹੁੰਦਾ ਹੈ। ਐਂਡ ਇੰਡੀਆ ਦੇ ਲੋਕ ਤੁਹਾਨੂੰ ਪਤਾ ਹੀ ਹੈ, ਆਪਣੇ ਆਪ ਨੂੰ ਹੀ ਦੇਖ ਲੈਂਦੇ ਆਪਾਂ ਕਿ ਜਿਵੇਂ ਆਪਾਂ ਕੱਲ ਗੱਲ ਕਰ ਰਹੇ ਸੀ, ਚੁੱਕਿਆ ਸਮਾਨ ਤੇ ਪਹੁੰਚੇ ਕੈਨੇਡਾ, ਚੁੱਕਿਆ ਸਮਾਨ ਤੇ ਪਹੁੰਚੇ ਮੈਲਬੌਰਨ। ਤਾਂ like most of the people in India, they give negative answers. They are not happy with the sarkar, they are not happy with the system, they are not happy with the state of development, they are not happy with the state of roads, they are not happy with ki ਇੱਥੇ ਮੀਂਹ ਆ ਜਾਂਦਾ ਤੇ ਹੜ੍ਹ ਆ ਜਾਂਦਾ ਹੈ। ਤਾਂ all those things they influence such a development. So India's rank is 144 out of 156 ਅਕੋਰਡਿੰਗ ਟੂ ਦੀ ਲੇਟੈਸਟ ਰਿਪੋਰਟ। ਹਾਂ, ਇਸ 'ਚ ਤੁਸੀਂ ਇੱਕ ਹੋਰ ਗੱਲ ਯਾਦ ਰੱਖਣੀ ਹੈ, ਇੰਟਰਨੈਸ਼ਨਲ ਡੇ ਆਫ ਹੈਪੀਨੈਸ 20th ਮਾਰਚ ਇਜ਼ ਸੈਲੀਬ੍ਰੇਟਡ ਐਜ਼ ਇੰਟਰਨੈਸ਼ਨਲ ਡੇ ਆਫ ਹੈਪੀਨੈਸ ਐਂਡ ਉਸੇ ਦਿਨ ਹੀ ਇਹ ਵਰਲਡ ਹੈਪੀਨੈਸ ਰਿਪੋਰਟ ਰਿਲੀਜ਼ ਕੀਤੀ ਜਾਂਦੀ ਹੈ। ਇੰਡੀਆ ਦੀ ਪਰਫੋਰਮੈਂਸ ਆਪਾਂ ਦੇਖ ਲਈ ਹੈ। ਟੌਪਰ ਕੌਣ ਹੈ? ਟੌਪਰ ਹੈ ਫਿਨਲੈਂਡ। ਇਹ ਤੁਹਾਨੂੰ ਮੈਂ ਦੱਸਿਆ ਜਿਹੜੀਆਂ ਇੱਧਰਲੀਆਂ ਫਿਨਲੈਂਡ, ਸਵੀਡਨ, ਨਾਰਵੇ, ਡੈਨਮਾਰਕ, ਆਪਣਾ ਨੀਦਰਲੈਂਡਸ, ਬੈਲਜੀਅਮ, ਸਵਿਟਜ਼ਰਲੈਂਡ, ਇਹ ਜਿਹੜੀਆਂ ਸਾਰੀਆਂ ਕੰਟਰੀਜ਼ ਹੈ ਇਹ ਇਨ ਜਨਰਲ ਹਿਊਮਨ ਡਿਵੈਲਪਮੈਂਟ ਪੁਆਇੰਟ ਆਫ ਵਿਊ ਤੋਂ, ਸਸਟੇਨੇਬਲ ਡਿਵੈਲਪਮੈਂਟ ਪੁਆਇੰਟ ਆਫ ਵਿਊ ਤੋਂ, ਹੈਪੀਨੈਸ ਪੁਆਇੰਟ ਆਫ ਵਿਊ ਤੋਂ ਕਾਫੀ ਚੰਗੀਆਂ ਕੰਟਰੀਜ਼ ਮੰਨੀਆਂ ਜਾਂਦੀਆਂ। ਸੋ ਉੱਥੇ ਆਪਾਂ ਦੇਖਿਆ ਸੀਗਾ ਆਈ ਬਿਲੀਵ ਨਾਰਵੇ, ਨਾਓ ਇਟਸ ਫਿਨਲੈਂਡ।
ठीक है जी, फिनलैंड इमर्ज्ड एज द हैप्पीएस्ट कंट्री, फॉलोड बाय डेनमार्क एंड आइसलैंड। Now we come to the last issue, related issue ਜਿਹੜਾ ਆਪਣਾ ਹਿਊਮਨ ਡਿਵੈਲਪਮੈਂਟ ਵਾਲੇ ਐਸਪੈਕਟ ਨਾਲ ਰਿਲੇਟਡ ਹੈ, that is sustainable development। ਜਨਰਲ ਜਿਹੜੀ ਪਹਿਲਾਂ ਆਪਣਾ ਇੱਕ ਬੇਸਿਕ ਪੈਰਾਮੀਟਰ ਚੱਲਦਾ ਸੀ ਜਿਹਦੇ ਨਾਲ ਆਪਾਂ ਪਰਫਾਰਮੈਂਸ ਜੱਜ ਕਰੀਦੀ ਸੀ, that was growth ਤੇ ਹਿਊਮਨ ਡਿਵੈਲਪਮੈਂਟ 'ਚ ਕੀ ਫਰਕ ਹੈ ਕਿ along with economic parameters ਤੁਸੀਂ ਕੁਝ ਹੋਰ ਪੈਰਾਮੀਟਰਸ ਵੀ ਕੰਸੀਡਰ ਕੀਤੇ, अगेन जिस नॉलेज एंड हेल्दी लाइफ आती है। नाउ हाउ इज सस्टेनेबल डेवलपमेंट डिफरेंट फ्रॉम द ट्रेडिशनल कंसेप्ट ऑफ डेवलपमेंट? ये कहते हैं हुण नाम तो ही क्लीयर है, सस्टेनेबल, जिन्हों सस्टेन किया जा सकता है, काफ़ी लंबे टाइम तक चलाया जा सकता है। कहते ऐसी डेवलपमेंट का भी की फायदा जिहड़ी कुछ टाइम च ही अपने सारे रिसोर्सिस नूं ही डिप्लीट कर दे। ਅੱਜ ਆਪਾਂ ਡਿਵੈਲਪਮੈਂਟ ਦੇ ਨਾਮ ਤੇ ਸਾਰੇ ਟਰੀਜ਼ ਡਿਸਟਰੋਏ ਕਰ ਰਹੇ ਹਾਂ, ਅੱਜ ਆਪਾਂ ਡਿਵੈਲਪਮੈਂਟ ਦੇ ਨਾਮ ਤੇ ਕੋਲ ਰਿਸੋਰਸਿਸ ਦੀ ਓਵਰ ਐਕਸਪਲੋਇਟੇਸ਼ਨ ਕਰ ਰਹੇ ਹਾਂ, ਕੋਲ ਬਰਨਿੰਗ ਕਰ ਰਹੇ ਹਾਂ। ਪਹਿਲਾਂ ਤਾਂ ਉਹਨਾਂ ਦੀ ਐਕਸਟ੍ਰੈਕਸ਼ਨ 'ਚ ਆਪਾਂ ਓਵਰ ਐਕਸਪਲੋਇਟੇਸ਼ਨ ਕਰ ਰਹੇ ਹਾਂ, ਫਿਰ ਆਪਾਂ ਐਕਸੈਸਿਵ ਬਰਨਿੰਗ ਆਫ ਕੋਲ ਕਰ ਰਹੇ ਹਾਂ, ਫਿਰ ਆਪਾਂ ਸਾਰੇ ਦੇ ਸਾਰੇ ਸੇ ਕਿ ਗੋਲਡ ਦੀ ਅੱਗ ਲੱਗੀ ਹੋਈ ਹੈ, ਸਾਰੀ ਮਾਈਨਸ 'ਚੋਂ ਆਪਾਂ ਗੋਲਡ ਕੱਢ ਲਿਆ। ਕੋਲਾਰ ਗੋਲਡ ਮਾਈਨਸ, ਇੰਡੀਆ ਦੀਆਂ ਇੰਨੀਆਂ ਫੇਮਸ ਗੋਲਡ ਮਾਈਨਸ, ਵਨ ਆਫ ਦੀ ਡੀਪੈਸਟ ਮਾਈਨਸ ਇਨ ਦੀ ਵਰਲਡ। ਆਪਾਂ ਮਿਨਰਲ ਐਂਡ ਐਨਰਜੀ ਰਿਸੋਰਸਿਸ 'ਚ ਕਰਾਂਗੇ ਇਹਦੇ ਬਾਰੇ, ਸਾਰਾ ਗੋਲਡ ਕੱਢ ਲਿਆ ਹੋਇਆ ਆਪਾਂ, ਖਾਲੀ ਹੈ ਅੱਜ ਦੀ ਡੇਟ 'ਚ, ਬੰਦ ਪਈਆਂ ਮਾਈਨਸ। ਕਾਫੀ ਸਾਰੇ ਰੀਜਨਸ ਇੱਦਾਂ ਦੇ ਐਗਜ਼ਿਸਟ ਕਰਦੇ ਆ ਜਿਹੜੇ ਅੱਜ ਦੀ ਡੇਟ 'ਚ ਜਿੰਨਾ ਉੱਥੇ ਮਿਨਰਲਸ ਪ੍ਰੈਜ਼ੈਂਟ ਸੀਗੇ ਆਪਾਂ ਸਾਰੇ ਦੇ ਸਾਰੇ ਮਿਨਰਲਸ ਕੱਢ ਲਏ, ਅੱਜ ਉਹ ਮਾਈਨਸ ਖਤਮ ਹੈ, ਖਾਲੀ ਹੈ। ਕਹਿੰਦੇ ਇੱਦਾਂ ਦੀ ਡਿਵੈਲਪਮੈਂਟ ਦਾ ਕੀ ਫਾਇਦਾ ਕਿ ਆਪਾਂ ਸਾਰੇ ਰਿਸੋਰਸਿਸ ਯੂਜ਼ ਕਰ ਲਏ ਤੇ ਆਪਣੀਆਂ ਫਿਊਚਰ ਜਨਰੇਸ਼ਨਸ ਲਈ ਕੁਛ ਬਚਿਆ ਹੀ ਨਹੀਂ। ਇੱਕ ਟਾਈਮ ਇੱਦਾਂ ਦਾ ਵੀ ਆਊਗਾ ਜਦੋਂ ਲਾਈਕ ਸਾਰਾ ਪੈਟਰੋਲੀਅਮ ਆਪਾਂ ਯੂਜ਼ ਕਰ ਲਾਂਗੇ, ਫਿਊਚਰ ਜਨਰੇਸ਼ਨਸ ਤਾਂ ਸੋਚ ਕਹਿਣਗੀਆਂ ਹਾਂ ਬਹੁਤ ਸਾਲ ਪਹਿਲਾਂ ਸਾਡੇ ਪੂਰਵਜ ਹੁੰਦੇ ਸੀਗੇ, ਉਹ ਕਦੇ ਪੈਟਰੋਲ ਦੀਆਂ ਗੱਲਾਂ ਕਰਦੇ ਸੀਗੇ, ਅਸੀਂ ਤਾਂ ਬਸ ਸੋਲਰ ਐਨਰਜੀ ਵਾਲੇ ਸਕੂਟਰ ਜੇ ਚਲਾਏ ਆ। ਸੋ ਉਹ ਡਿਵੈਲਪਮੈਂਟ ਜਿਹਨੂੰ ਸਸਟੇਨ ਕੀਤਾ ਜਾ ਸਕਦਾ ਹੈ कि अपनियां प्रेजेंट नीड्स नूं भी पूरा करे, लेकिन अपनियां प्रेजेंट नीड्स नूं पूरा करदी होई अपनी फ्यूचर नीड्स नूं भी इग्नोर ना करे, अपनी फ्यूचर जनरेशनस ਲਈ भी ਆਪਾਂ कुछ ਛੱਡ ਕੇ ਜਾਈਏ। ਇਸ ਤਰ੍ਹਾਂ ਦੀ ਡਿਵੈਲਪਮੈਂਟ ਇਜ਼ ਸਸਟੇਨੇਬਲ ਡਿਵੈਲਪਮੈਂਟ। 1983 ਚ UN ਨੇ ਇੱਕ ਕਮਿਸ਼ਨ ਬਿਠਾਇਆ ਸੀ, ਬਰੰਟਲੈਂਡ ਕਮਿਸ਼ਨ ਕਹਿੰਦੇ ਆਪਾਂ ਉਹਨੂੰ। ਬਰੰਟਲੈਂਡ ਕਮਿਸ਼ਨ ਨੇ ਪਹਿਲੀ ਵਾਰੀ ਇਹ ਪਹਿਲੀ ਵਾਰੀ ਤਾਂ ਕੀ ਇਹਦਾ ਜਿਹੜਾ ਟੈਕਨੀਕਲ ਯੂਜ਼ ਹੈ ਪਹਿਲੀ ਵਾਰੀ ਬਰੰਟਲੈਂਡ ਕਮਿਸ਼ਨ ਨੇ ਕੀਤਾ ਸੀਗਾ ਕਿ ਸਸਟੇਨੇਬਲ ਡਿਵੈਲਪਮੈਂਟ ਤੇ ਆਪਾਂ ਨੂੰ ਫੋਕਸ ਕਰਨਾ ਚਾਹੀਦਾ ਹੈ। ਜਿਹੜੀ ਕਲਾਸੀਕਲ ਆਪਾਂ ਡੈਫੀਨੇਸ਼ਨ ਯੂਜ਼ ਕਰਦੇ ਆ ਸਸਟੇਨੇਬਲ ਡਿਵੈਲਪਮੈਂਟ ਦੀ, ਉਹ ਵੀ ਬਰੰਟਲੈਂਡ ਕਮਿਸ਼ਨ ਨੇ ਹੀ ਦਿੱਤੀ ਹੈ। So here is the definition. It is the development that meets the needs of present ਦੀਆਂ needs ਨੂੰ ਵੀ meet ਕਰਦੀ ਹੈ without compromising the ability of future generations to meet their own needs। ਕਿ future generations ਕੋਲ ਵੀ sufficient resources ਪਏ ਹੋਣ ਤਾਂ ਕਿ ਉਹ ਵੀ ਆਪਣੀਆਂ needs ਨੂੰ ਪੂਰਾ ਕਰ ਸਕਣ। Thus it takes into account both the present and future generations without over exploitation of natural resources and environmental degradation। So that's the classical definition of sustainable development। Brundtland Commission to ही inspired definition है। Now इस context च sustainable development goals की है 2000 ਜਦੋਂ ਆਪਾਂ ਮਿਲੇਨੀਅਮ ਆਪਣਾ ਚੇਂਜ ਹੋਇਆ, ਆਪਾਂ 20th ਸੈਂਚੁਰੀ ਤੋਂ 21st ਸੈਂਚੁਰੀ 'ਚ ਐਂਟਰ ਕੀਤੇ ਤਾਂ ਵਰਲਡ ਲੀਡਰਸ ਮਿਲ ਕੇ ਡਿਸਾਈਡ ਕਰਦੇ ਆ ਕਿ ਆਪਾਂ ਐਜ਼ ਵਰਲਡ ਕਮਿਊਨਿਟੀ ਆਪਾਂ ਕੁਝ ਗੋਲਸ ਅਚੀਵ ਕਰਨ ਦੀ ਕੋਸ਼ਿਸ਼ ਕਰਾਂਗੇ। ਇਹਨਾਂ ਗੋਲਸ ਨੂੰ ਆਪਾਂ ਕਹਿੰਦੇ ਆ MDG, ਮਿਲੇਨੀਅਮ ਡਿਵੈਲਪਮੈਂਟ ਗੋਲਸ, ਕਿਉਂਕਿ ਮਿਲੇਨੀਅਮ ਚੇਂਜ ਹੋਇਆ ਸੀਗਾ 2000 ਤੋਂ 2001 ਆਇਆ, 20th ਸੈਂਚੁਰੀ ਤੋਂ ਆਪਾਂ 21st ਸੈਂਚੁਰੀ 'ਚ ਐਂਟਰ ਕੀਤੇ ਤਾਂ ਵਰਲਡ ਲੀਡਰਸ ਕਹਿੰਦੇ ਆ ਕਿ ਗਲੋਬਲ ਕਮਿਊਨਿਟੀ ਕੁਝ ਗੋਲਸ ਅਚੀਵ ਕਰਨ ਦੀ ਕੋਸ਼ਿਸ਼ ਕਰੂਗੀ, ਜਿਹਨੂੰ ਆਪਾਂ MDG ਕਿਹਾ। 8 MDG ਸੀਗੇ, 8 ਗੋਲਸ ਸੀਗੇ ਜਿਹੜੇ ਆਪਾਂ ਅਚੀਵ ਕਰਨ ਦੀ ਕੋਸ਼ਿਸ਼ ਕਰਨੀ ਸੀ। ਹੁਣ ਇਹਨਾਂ ਗੋਲਸ ਦਾ ਲਿਮਿਟ ਸੀਗੀ ਟਾਈਮ ਲਿਮਿਟ ਸੀ 2015 ਤੱਕ। ਅਗਲੇ 15 ਸਾਲ ਆਪਾਂ ਇਹਨਾਂ ਗੋਲਸ ਨੂੰ ਅਚੀਵ ਕਰਨ ਦੀ ਕੋਸ਼ਿਸ਼ ਕਰਾਂਗੇ, ਇਹਨਾਂ ਗੋਲਸ ਨੂੰ ਅਚੀਵ ਕਰਨ ਦੇ ਐਫਰਟਸ ਕਰਾਂਗੇ। ਹੁਣ 2015 ਦਾ ਬੀਤ ਗਿਆ, ਹੁਣ ਤਾਂ 2020 ਆ ਗਿਆ, ਲੇਕਿਨ ਜਦੋਂ 2015 ਤੋਂ ਆਪਾਂ ਟ੍ਰਾਂਜੀਸ਼ਨ ਕਰਨੀ ਸੀਗੀ ਤਾਂ ਵਰਲਡ ਲੀਡਰਸ ਨੇ ਡਿਸਾਈਡ ਕੀਤਾ ਕਿ ਹੁਣ ਆਪਾਂ ਇਹ ਜਿਹੜਾ ਕਨਸੈਪਟ ਹੈ ਇਹਨੂੰ ਐਕਸਪੈਂਡ ਕਰਦੇ ਹਾਂ।
ਆਪਾਂ ਕੁਝ ਹੋਰ ਗੋਲਸ ਡਿਸਾਈਡ ਕਰਦੇ ਹਾਂ ਜਿਹੜੇ ਆਪਾਂ ਐਜ਼ ਵਰਲਡ ਕਮਿਊਨਿਟੀ ਅਚੀਵ ਕਰਨ ਦੀ ਕੋਸ਼ਿਸ਼ ਕਰਾਂਗੇ। ਐਵਰੀਬਡੀ ਲਾਈਕ ਐਂਟਾਇਰ ਵਰਲਡ ਵੁੱਡ ਟਰਾਈ ਟੂ ਅਚੀਵ ਥੀਸ ਗੋਲਸ ਇਨ देयर ਰਿਸਪੈਕਟਿਵ ਡੋਮੇਨਸ। ਤਾਂ ਦਸ ਕੇਮ ਦੀ ਕਨਸੈਪਟ ਆਫ ਸਸਟੇਨੇਬਲ ਡਿਵੈਲਪਮੈਂਟ ਗੋਲਸ। ਹੁਣ ਇਹ ਆਪਾਂ 8 MDGs ਨਹੀਂ ਕਰਾਂਗੇ, ਲੰਘ ਗਿਆ ਇਹਨਾਂ ਦਾ ਜ਼ਮਾਨਾ, ਲੰਘ ਗਿਆ ਇਹਨਾਂ ਦਾ ਟਾਈਮ। 2015 'ਚ ਹੋ ਗਏ ਐਕਸਪਾਇਰ, ਅੱਜ ਦੀ ਡੇਟ 'ਚ ਆਪਣੇ ਚੱਲ ਰਿਹਾ ਸਸਟੇਨੇਬਲ ਡਿਵੈਲਪਮੈਂਟ ਗੋਲਸ। ਤਾਂ these are universal set of goals and indicators that UN member states will be expected to use to frame their agendas and in the next 15 years, the 2015 to 2030 ਤੁਸੀਂ ਯਾਦ ਰੱਖਣਾ ਹੈ is the time of SDGs. 2000 to 2015 was MDGs. Again ਉਹੀ ਗੱਲ ਹੈ ਕਿ they expand the concept of MDGs. Total ਕਿੰਨੇ 17 goals ਹੈ, ਤੁਸੀਂ ਯਾਦ ਰੱਖਣੇ ਹੈ। There are 17 sustainable development goals, ਯਾਦ ਰੱਖਣੇ ਹੈ ਤੁਸੀਂ। ਐਂਡ ਹੁਣ ਇਹ ਗੋਲਸ ਅਚੀਵ ਕੀਤੇ ਹੈ ਕਿ ਨਹੀਂ, ਇਹਦੇ ਲਈ ਆਪਾਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਸੀ ਜਦੋਂ ਆਪਾਂ HDI ਡਿਸਕਸ ਕਰ ਰਹੇ ਸੀਗੇ, ਇੱਕ ਬੇਸਿਕ ਡਾਇਮੈਂਸ਼ਨ ਹੁੰਦੀ ਹੈ ਕਿ ਜੀ ਵਧੀਆ ਹੈਲਦੀ ਲਾਈਫ ਹੋਣੀ ਚਾਹੀਦੀ ਹੈ। ਜਿਵੇਂ ਇੱਕ ਡਾਇਮੈਂਸ਼ਨ ਹੋਊਗੀ, ਇੱਕ ਗੋਲ ਹੋਊਗਾ ਐਂਡ ਹੰਗਰ, ਆਪਾਂ ਸਾਰੀ ਦੁਨੀਆ ਤੋਂ ਭੁੱਖ ਨੂੰ ਮਿਟਾ ਦੇਣਾ। ਮੈਜਰ ਕਿਵੇਂ ਕਰਾਂਗੇ ਆਪਾਂ, ਉਹਦੇ ਲਈ ਕੁਝ ਇੰਡੀਕੇਟਰਸ ਹੁੰਦੇ ਹੈ, ਉਹਦੇ ਲਈ ਕੁਝ ਟਾਰਗੇਟਸ ਹੁੰਦੇ ਹੈ। ਤਾਂ ਤੁਸੀਂ ਇਹ ਵੀ ਨਾਲ ਯਾਦ ਰੱਖਣਾ ਹੈ ਫੈਕਚੁਅਲ ਇਨਫੋਰਮੇਸ਼ਨ 'ਚ 169 ਟਾਰਗੇਟਸ ਹੈ ਐਂਡ 304 ਇੰਡੀਕੇਟਰਸ ਹੈ। ਇਹਨਾਂ ਇੰਡੀਕੇਟਰਸ ਨੂੰ ਓਬਜ਼ਰਵ ਕਰਕੇ ਆਪਾਂ ਦੇਖਦੇ ਹਾਂ ਕਿ ਟਾਰਗੇਟ ਅਚੀਵ ਹੋਇਆ ਕਿ ਨਹੀਂ। ਜੇ ਆਪਣੇ ਸਾਰੇ ਟਾਰਗੇਟ ਅਚੀਵ ਹੋਏ ਆ ਤਾਂ ਆਪਾਂ ਕਹਿ ਦਿੰਦੇ ਹਾਂ ਕਿ ਉਸ ਗੋਲ ਦੇ ਅੰਡਰ, ਜੇ ਆਪਣੇ ਸਾਰੇ ਟਾਰਗੇਟਸ ਅਚੀਵ ਹੋਏ ਆ ਤਾਂ ਆਪਾਂ ਕਹਿ ਦਿੰਦੇ ਹਾਂ ਕਿ ਹਾਂਜੀ ਸਾਡਾ ਗੋਲ ਅਚੀਵ ਹੋ ਗਿਆ। ਤਾਂ 17 ਗੋਲਸ ਹੈ, 169 ਟਾਰਗੇਟਸ ਹੈ ਐਂਡ 304 ਇੰਡੀਕੇਟਰਸ ਹੈ। ਫੈਕਚੁਅਲ ਇਨਫੋਰਮੇਸ਼ਨ ਤੁਸੀਂ ਇਹ ਯਾਦ ਰੱਖਣੀ ਹੈ। ਬਾਕੀ 17 ਗੋਲਸ ਕਿਹੜੇ ਹੈ ਆਪਾਂ ਹੁਣੇ ਦੇਖਾਂਗੇ। ਜਸਟ ਮੈਂ ਇਨਿਊਮਰੇਟ ਕੀਤੇ ਹੋਏ ਆ, ਤੁਹਾਡੀ ਸ਼ੀਟ 'ਚ ਵੀ ਇਹ ਦਿੱਤੇ ਹੋਏ ਆ 17 ਗੋਲਸ। ਫਰਸਟ ਹੈ, ਔਰ ਇਹ ਸੀਕੁਐਂਸ 'ਚ ਇਹ ਯੂਜਲੀ ਯਾਦ ਰੱਖੇ ਜਾਂਦੇ ਆ, ਜਿਵੇਂ ਕਿਹਾ ਜਾਂਦਾ SDG 5 ਕਿਹੜਾ ਹੈ, ਇਟ ਡੀਲਸ ਵਿਦ ਜੈਂਡਰ ਇਕੁਐਲਿਟੀ, ਮਤਲਬ ਆਪਾਂ ਜੈਂਡਰ ਇਕੁਐਲਿਟੀ ਅਚੀਵ ਕਰਾਂਗੇ। ਦਿਸ ਇਜ਼ ਦੀ SDG 5। ਤਾਂ ਬਾਇਓ ਨੇਮ ਬਾਏ ਨੰਬਰ ਹੀ ਇਹ ਯਾਦ ਰੱਖਣੇ ਹੁੰਦੇ ਆ। ਜੇ ਤੁਹਾਨੂੰ ਜਿਵੇਂ ਮੇਨਸ ਦਾ ਤੁਸੀਂ ਇਨ ਫਿਊਚਰ ਹੋਪਫੁਲੀ ਇਨਸ਼ਾਅੱਲਾ ਤੁਸੀਂ ਮੇਨਸ ਵੀ ਦਵੋਗੇ ਤਾਂ ਉੱਥੇ ਜਿਵੇਂ ਕੋਈ ਕੁਐਸਚਨ ਆ ਜਾਂਦਾ ਹੁੰਦਾ ਤਾਂ ਕੋਟ ਕਰ ਦਈਦਾ ਕਿ ਲਾਈਕ ਇੰਡੀਆ ਨੂੰ ਜੈਂਡਰ ਡਿਵੈਲਪਮੈਂਟ ਲਈ ਕੰਮ ਕਰਨਾ ਚਾਹੀਦਾ ਇਨ ਅਕੋਰਡੈਂਸ ਵਿਦ ਦੀ SDG 5। ਇੰਪ੍ਰੈਸ਼ਨ ਜਿਹਾ ਬਣ ਜਾਂਦਾ ਹੈ। ਤਾਂ ਤੁਸੀਂ ਇਹ ਪ੍ਰੀਲਿਮਸ ਦੇ ਪੁਆਇੰਟ ਆਫ ਵਿਊ ਤੋਂ ਵੈਸੇ ਹੀ ਫੈਕਟਸ ਯਾਦ ਹੋਣੇ ਚਾਹੀਦੇ ਆ, ਮੇਨਸ 'ਤੇ ਵੀ ਤੁਸੀਂ ਇਹ ਕੋਟ ਕਰ ਸਕਦੇ ਹੋ। ਤਾਂ ਫਰਸਟ SDG ਹੈਗਾ ਐਂਡ ਪੋਵਰਟੀ ਇਨ ਆਲ ਇਟਸ ਫਾਰਮ ਐਵਰੀਵੇਅਰ। ਐਂਡ ਹੰਗਰ, ਪਹਿਲਾ ਐਂਡ ਪੋਵਰਟੀ, ਦੂਸਰਾ ਹੈ ਐਂਡ ਹੰਗਰ ਐਂਡ ਅਚੀਵ ਫੂਡ ਸਿਕਿਉਰਿਟੀ। ਥਰਡ ਹੈ ਇਨਸ਼ੋਰ ਹੈਲਦੀ ਲਾਈਵਸ, ਹੈਲਥ ਫॉर ऑल, healthy lives and promote well-being for all. Next है quality education, inclusive and equitable quality education and promote lifelong learning opportunities, education for all. Third है health for all, no poverty, no hunger, health for all, education for all. Next है gender equality, achieve gender equality and empower all girls and women. Next है water for all, ensure availability and sustainable management of water and sanitation for all. Next है energy for all, ensure access to affordable, reliable, sustainable and modern energy for all. ठीक है जी, ये 7 पहले SDGs है। पॉवर्टी, हंगर, हेल्थ, एजुकेशन, जेंडर इक्वलिटी, वाटर एंड एनर्जी। आगे चलते हैं। नेक्स्ट है एम्प्लॉयमेंट एंड वर्क फॉर ऑल, sustained, inclusive and sustainable economic growth and full productive employment and decent work for all, सारा कुल काम होना चाहिए। Then infrastructure, resilient infrastructure, promote inclusive and sustainable industrialization, industrialization करनी है, innovative technologies develop करनी है, ऐसा infrastructure develop करना है जिहड़ा जिहदा ecological footprint घट है, जिहदा environmental footprint घट है, जिहड़ा environment नूं घट नुकसान कर रहा है।
एंड जिहदा अपना नुकसान भी घट हुंदा जे कोई डिजास्टर आ जाए, कोई फ्लड्स आ जाए, अर्थक्वेक आ जाए, जिहड़ा इंफ्रास्ट्रक्चर डिस्ट्रॉय ना होए, तां रिजिलिएंट इंफ्रास्ट्रक्चर डिवेलप करना है। रिड्यूस इनइक्वैलिटी, अपना जो SDG 5 सीगा वो इन जनरल वो जेंडर इनइक्वैलिटी के केस च सीगा। हुण ये इन जनरल रिड्यूस इनइक्वैलिटी विद इन एंड अमंग कंट्रीज कि जड़ा हाँ इन्नी डिस्पैरिटीज़ है, कोई कितने घाना या कितने से जिम्बाब्वे एंड कितने नॉर्वे, ये जड़ियाँ इनइक्वैलिटीज़ बिटवीन कंट्रीज है ये आपां घट करनी है। मेक सिटीज़ एंड ह्यूमन सैटलमेंट्स इंक्लूसिव, सेफ, रिजिलिएंट एंड सस्टेनेबल। अर्बन डिवेलपमेंट के केस SDG 11 है, ठीक है जी। इत्थे आपां रिजिलिएंट इंफ्रास्ट्रक्चर सीगा, इहदे नाल ही रिलेटेड है अर्बन डिवेलपमेंट थोड़ी किस तरह की होनी चाहिए है, इंक्लूसिव, सेफ, रिजिलिएंट एंड सस्टेनेबल। नैक्सट है इंश्योर सस्टेनेबल कंजम्पशन एंड प्रोडक्शन पैटर्नस। लोगों की जी कंजम्पशन है वो सस्टेनेबल लैवल पर होवे, ये नहीं कि माइंडलैस यूज ऑफ कमोडिटीज़ चल रहा है, एंड प्रोडक्शन भी उस तरह ही थोड़ी जी सस्टेनेबल लैवल पर होवे कि आपां वी आर लीविंग समथिंग फॉर दी फ्यूचर जनरेशनस। तां कंजम्पशन एंड प्रोडक्शन पैटर्नस दे कंटैक्स्ट च क्लाइमेट चेंज दे कंटैक्स्ट च टेक अर्जेंट एक्शन टू कॉम्बैट क्लाइमेट चेंज। नैक्सट है कंजर्व एंड सस्टेनेबली यूज ओशन मरीन रिसोर्सिस दे कंटैक्स्ट। नैक्सट अपना जड़ा SDG है मरीन रिसोर्सिस का आप सस्टेनेबल यूज़ करना है, उन्होंने कंजरवेशन करनी है फॉर सस्टेनेबल डेवलपमेंट। नैक्सट SDG 15 की कंटेक्स्ट है सस्टेनेबल यूज ऑफ टेरेस्ट्रीयल इकोसिस्टम्स। आप इत्थे मैरीन रिसोर्सिस की गल की, ओशनस की गल की, सीज की गल की, फिशरीज इन्हां दी गल की। नैक्सट जो 15 है टेरेस्ट्रीयल इकोसिस्टम, फॉरेस्ट ठीक है कि नहीं, बायोडाइवर्सिटी कंजर्व कर रहे हैं कि नहीं, फ्लोरा एंड फौना कंजर्व कर रहे हैं कि नहीं, डिजर्टिफिकेशन नू चेक किया जा रहा है, कंबैट डिजर्टिफिकेशन एंड हॉल्ट एंड रिवर्स लैंड डिग्रेडेशन, ठीक है जी। तो ये अपना 15 SDG 15 हो गया। नैक्सट है इंक्लूसिव सोसाइटी होने, पॉलिटिक्स के कंटेक्स्ट है इंक्लूसिव सोसाइटीज़ हों, जस्टिस फॉर ऑल होवे, फेयर अपॉर्चुनिटीज़ मिलन सबनू, इक्वल अपॉर्चुनिटीज़ मिलन सबनू, ताकि पॉलिटिक्स के कंटेक्स्ट हो गया इंक्लूसिव सोसाइटीज़ होनी चाहिए। देन लास्ट की है ग्लोबल पार्टनरशिप, strengthen the means of implementation and revitalize global partnership for sustainable development। कहते हैं जेडे सारे गोल्स आपां 16 ऊपर डिस्कस किए हैं, इन्हां नू अचीव करन लई डिफरेंट कंट्रीज आपस च कोऑपरेट करन, ग्लोबल पार्टनरशिप्स डिवेलप होन, ओनली देन वी कैन अचीव दिस these goals। So this is all as far as sustainable development was concerned। तो ਇਹਦੇ ਨਾਲ ਹੀ ਆਪਣਾ ਜਿਹੜਾ ਹਿਊਮਨ ਡਿਵੈਲਪਮੈਂਟ ਵਾਲਾ ਟੌਪਿਕ ਕੱਲ ਦੀ ਕਲਾਸ 'ਚ ਰਹਿ ਗਿਆ ਸੀ ਹਿਊਮਨ ਜੀਓਗ੍ਰਾਫੀ 'ਚ, तो अपना कंप्लीट होंदा है। आपां इस च पहला ह्यूमन डिवेलपमेंट स्टडी किया, ह्यूमन डिवेलपमेंट रिपोर्ट बारे पढ़िया, वेरीअस इंडैक्सिस दैट आर पार्ट ऑफ दिस ह्यूमन डिवेलपमेंट रिपोर्ट आपां ये देखिया। दैन आपां ग्रॉस नैशनल हैप्पीनैस एंड वर्ल्ड हैप्पीनैस रिपोर्ट, दो चीज़ां ये डिस्कस कीतियां। एंड लास्टली आपां सस्टेनेबल डिवेलपमेंट वाला कॉन्सैप्ट डिस्कस किया। तो ये नाल तुहाडी ह्यूमन जॉग्राफी वाला कंपोनेंट कंप्लीट होंदा है। नाउ विल बी मूविंग टू दी नैक्सट पोर्शन जिस आपां मैप डिस्कस करांगे। हाँ जी, तो अब हम करेंगे मैप वाला पोर्शन। ज्योग्राफी कंपोनेंट इज़ नेवर कंप्लीट जब तक आपने मैप्स नहीं अच्छे से किए हुए हैं। लेकिन लाइक मैप्स आर नॉट गिवन इन आवर सिलेबस। कौन से मैप्स करने हैं, किस एक्सटेंट तक, किस डेप्थ तक मैप्स करने हैं, ये काफ़ी वेरिएबल सी चीज़ रहती है। तो एज फार एज आवर प्रीलिम्स एग्जाम इज़ कंसर्न, एंड मैप्स एसेट्स हैं आपकी प्रिपरेशन में, आपको काम आएंगे, मेंस में काम आएंगे। व्हेन यू विल हैव टू लाइक राइट, लाइक ऐसा कोई मैप स्पेसिफिक क्वेश्चन नहीं आता है मेंस में कि लाइक मार्क द फॉलोइंग एंट्री ऑन द मैप। लेकिन इफ़ यू हैव द नॉलेज ऑफ मैप यू विल बी एबल टू राइट बेटर आंसर्स। तो एज फार एज योर प्रीलिम्स एग्जाम इज कंसर्न्ड, हम इसमें लाइक व्हाट विल बी द अप्रोच दैट विल बी फॉलोइंग एज फार एज दिस एग्जाम इज कंसर्न्ड। एक तो हम इंडिया स्पेसिफिक मैप्स करेंगे जिसमें हम पॉलिटिकल मैप ऑफ इंडिया कवर करेंगे, फिजिकल मैप ऑफ इंडिया कवर करेंगे, डिफरेंट फिजियोलॉजिकल डिविजन्स को डिटेल में हम देखेंगे।
के नॉर्थ में जैसे एवरीबडी नो उसके ऊपर नॉर्थ में हिमालयन माउंटेन चेन है, यहाँ पर ग्रेट नॉर्दर्न प्लेन्स है, नीचे पेनिनसुलर प्लेट्यू है, थे थार डेजर्ट एंड देन द ईस्टर्न माउंटेन, नॉर्थ ईस्टर्न माउंटेन्स, वेस्टर्न घाट्स, ईस्टर्न घाट्स, मोटा मोटा लाइक वी नो. लेकिन what are the internal divisions in these physiographical divisions? नॉर्दर्न प्लेन्स को हम कितने पार्ट्स में डिवाइड कर सकते हैं, हिमालयन माउंटेन चेन्स की डिफरेंट लेयर्स, डिफरेंट फोल्ड्स क्या हैं. तो ऑल दिस थिंग्स आर इम्पोर्टेंट फ्रॉम आवर एग्जाम पॉइंट ऑफ व्यू. तो इंडियाज फिजिकल मैप, इंडियाज पोलिटिकल मैप इज इम्पोर्टेंट. देन certain things that we'll be covering that are important from our syllabus point of view: mineral and energy resources of India. Now otherwise we can remember simply area and the names of areas also. Jharkhand, Chhattisgarh, Odisha, West Bengal, they are known for coal deposits. लेकिन we'll try to cover those topics from the map. कि this is the region that is known for its coal deposits. This is the region that is known for its say कि iron ore deposits. This is the region that is known for gold mines. तो इस तरह से like the mineral and energy resources of India, the industrial regions of India, the climatic regions of India, we'll try to cover those things by map. Some of the maps would be covered as and when will be covering the topics. कि जैसे जैसे हम topics cover करेंगे वैसे वैसे हम maps cover करेंगे. जैसे monsoons जब करेंगे तो map भी कर लेंगे, climate of India जब करेंगे तो map भी कर लेंगे, vegetation of India जब करेंगे तो map भी कर लेंगे. कुछ चीज़ें हम एटलस में स्पेसिफिकली कवर करेंगे, जैसे जो बेसिकली जो मैंने फिजियोग्राफिक डिविजन्स की इंटरनल डिविजन्स है वो बात की. दूसरा वर्ल्ड हिस्ट्री वर्ल्ड ज्योग्राफी के पॉइंट ऑफ व्यू से कौन से मैप्स इंपॉर्टेंट है. इसमें एक तो एशिया, इंडियाज नेबरहुड इंपॉर्टेंट है. इंडियाज नेबरहुड के बाद लार्जर एशियन रीजन इंपॉर्टेंट है. एशिया में सेंट्रल एशिया, वेस्ट एशिया, ईस्ट एशिया, साउथ ईस्ट एशिया, ये पूरा रीजन इंपॉर्टेंट है. देन हम डिफरेंट कॉन्टिनेंट्स को लाइक एक एक क्लास में हम यूरोप कर लिया, नॉर्थ अमेरिका, साउथ अमेरिका, अफ्रीका, ऑस्ट्रेलिया. So these different continents would be covered. Then a very important part of our syllabus, your environment syllabus is oceanography, hydrology, oceans of the world, rivers of the world. तो in that context हम oceans का भी map करेंगे, important features of the oceans का भी map करेंगे. So these are going to be the different maps that we are going to cover in our course. So every day we'll try to have some map practice also. In today's class I'll be covering just the map of India, basic map of India. I believe आप सब ने एटलस खरीद लिया होना है. जैसे मैंने आपको बोला था ये वो ऐतिहासिक एटलस है जो किसी ज़माने में मैंने ख़रीदा था, आज भी वही चल रहा है. तो आई वुड आस्क यू पीपल, आई वुड रिक्वेस्ट यू पीपल कि आप इंडिया फिजिकल एंड इंडिया पॉलिटिकल वाला मैप निकाल लो. ये लाइक स्टार्टिंग में जो फर्स्ट 2 मैप्स दिए हुए हैं भाई, वेरी 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 इंपॉर्टेंट मैप्स. इस तरह से आपको इंडिया का मैप नज़र आ रहा होगा इसमें. सॉरी डिड अनडू, पॉइंटर कहाँ से आएगा अब. पॉइंटर महाराज खुल जाओ. सो इस तरह से आपको पॉलिटिकल मैप नज़र आ रहा होगा एंड इस तरह से आपको फिजिकल मैप नज़र आ रहा होगा. वेरी 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 इंपॉर्टेंट मैप्स. ईच एंड एवरी इंफॉर्मेशन, लाइक बच्चे पूछते हैं कि मैप्स से की करना है. At least these 2 maps are concerned, the political map of India and the physical map of India. Each and every information given in these 2 maps is important. Each and every information constitutes a question, may constitute a question. Okay, say okay, different northeastern mountain ranges are to be arranged from east to west. Here you are seeing, zoom करके देखें तो जैसे just I'm trying to give you an example. Garo Hills, Khasi Hills, Jaintia Hills, Badel Range. Arrange these hills from east to west. Arrange these hills from west to east. Here you are seeing Patkaibom, Naga Hills, Badel Range, Mizo Hills. Arrange these hills from north to south. Arrange these hills from south to north. So every information in these 2 maps is important. And like usually I tell my geography students के geography पढ़ने का एक नियम है, एक like डेली रूटीन है कि ਜਦੋਂ भी geography पढ़नी है
ਪਹਿਲਾਂ 2 ਮਿੰਟ ਇਹਨਾਂ ਦੋ ਮੈਪਸ ਨੂੰ ਦੇਖਣਾ ਹੈ, ਬਸ ਟਕਾਟਕ ਦੇਖਣਾ ਹੈ, ਸ਼ਰਧਾਂਜਲੀ ਦੇਣੀ ਹੈ 2 ਮਿੰਟ ਕੇ ਜੀਓਗ੍ਰਾਫੀ ਦੀ ਪੜ੍ਹਾਈ ਸਟਾਰਟ ਕਰਨ ਜਾ ਰਹੇ ਹਾਂ, ਸਾਡਾ ਦਿਨ ਵਧੀਆ ਲੰਘੇ। ਉਸ ਤਰ੍ਹਾਂ ਲਾਈਕ ਦਿਸ ਇਜ਼ ਹਾਊ ਯੂ ਆਰ ਸਪੋਜ਼ਡ ਟੂ ਰਿਵਾਈਜ਼ ਦੀ ਮੈਪਸ। You are just supposed to look at these maps and note the intricacies where different physical features are located, what is their relation to other features, कि ईस्ट में क्या है, नॉर्थ में क्या है, साउथ में क्या है, इस तरह से, ठीक है। सेम इज ट्रू अबाउट द पॉलिटिकल मैप ऑफ इंडिया एज वेल। Each and everything is important. Now this map was originally थोड़ा पुराना मैप, इस जम्मू कश्मीर से मैं धक्के नाल ही बनाया है, UTs of जम्मू कश्मीर and Ladakh. So each and every detail in this map also is very important. ਜਿੱਦਾਂ like exam 'ਚ question ਆਏ ਹੋਏ ਆ, like probably in UPSC or PCS exam, ਕਿ say ਮੈਂ थिरुवनंतपुरम ਤੋਂ कोलकाता जाना है, how many minimum states I will need to cross if I have to go from Kolkata to Thiruvananthapuram? Kolkata the capital of West Bengal, Thiruvananthapuram the capital of Kerala. Road journey तो जाना है, by road I have to travel from Thiruvananthapuram to Kolkata. किन्नियां minimum states च like मेरी कार क्रॉस करूगी? ਤਾਂ if you have the knowledge of the map, you'll be able to answer correctly. Kerala to Tamil Nadu गए, Tamil Nadu to Andhra Pradesh, Odisha, West Bengal. This is the shortest route from Thiruvananthapuram to Kolkata. इदां दे questions आए हुए हैं। Then typical ਉਹ questions ਹੈਗੇ ਆ। ਪਹਿਲਾਂ ਤਾਂ ਆਪਾਂ political map ਅੱਜ cover ਕਰ ਹੀ ਲੈਣੇ ਆ, that's going to be our topic. States and UTs. How many total states of India? ਦੱਸੋ ਜੀ, after the recent reorganization of state of Jammu and Kashmir. ਪਹਿਲਾਂ ਆਪਾਂ 29 states ਪੜ੍ਹਦੇ ਸੀ, ਇੱਕ state ਇਹਨਾਂ ਨੇ ਕੱਟ ਕਰਤੀ ਹੈ। now there are 28 states. UTs ਕਿੰਨੀ ਹੈ? 7 UTs ਆਪਾਂ ਟਿਪੀਕਲੀ ਪਹਿਲਾਂ ਪੜ੍ਹਦੇ ਸੀਗੇ, 2 UTs ਇਹ ਹੋਰ ਕ੍ਰੀਏਟ ਹੋ ਗਈਆਂ, 7 ਤੋਂ ਬਾਅਦ 9 ਹੋ ਗਏ, ਲੇਕਿਨ 2 UTs ਨੂੰ ਕੰਬਾਈਨ ਕਰ ਦਿੱਤਾ ਗਿਆ। ਦਾਦਰਾ ਐਂਡ ਨਗਰ ਹਵੇਲੀ ਪਹਿਲਾਂ ਸੈਪਰੇਟ UT ਸੀਗੀ, ਦੀਊ, ਦਮਨ ਐਂਡ ਦੀਊ ਇੱਕ ਸੈਪਰੇਟ UT ਸੀ, ਇਹਨਾਂ 2 UTs ਨੂੰ ਕੰਬਾਈਨ ਕਰਕੇ ਸਿੰਗਲ UT ਬਣਾਤੀ ਹੈ। ਸੋ ਨਾਓ UTs ਕਿੰਨੀਆਂ ਹੋ ਗਈਆਂ? 8 UTs ਐਂਡ 28 states, ਠੀਕ ਹੈ ਜੀ। ਨਾਓ ਇਫ ਆਈ ਟਾਕ ਅਬਾਊਟ ਦੀ first of all, let us talk about the maritime frontiers. How many states of India? How many states of India? ਤੁਸੀਂ ਸਾਰਿਆਂ ਨੇ ਆਪਣੇ ਮੈਪ ਖੋਲ ਕੇ ਰੱਖਣੇ ਹਨ, ਆਪਣੀਆਂ ਨਜ਼ਰਾਂ ਮੈਪ ਤੇ ਰੱਖਣੀਆਂ। How many states of India have maritime frontier, have maritime boundary, have coastal boundary? How many states of India are coastal states? ਕੋਈ ਵੀ ਸਟੇਟਮੈਂਟ ਆ ਸਕਦੀ ਹੈ ਤੁਹਾਨੂੰ ਪੇਪਰ 'ਚ, ਦੱਸੋ ਜੀ। ਐਂਡ ਐਸ ਫਾਰ ਜਦੋਂ ਲਾਈਕ ਆਪਾਂ ਮੈਪ ਜਦੋਂ ਕਰਾਂਗੇ ਤੁਸੀਂ ਇੱਕ ਚੀਜ਼ ਹਮੇਸ਼ਾ ਧਿਆਨ 'ਚ ਰੱਖਣੀ ਹੈ, ਟਰਾਈ ਟੂ ਫਾਰਮ ਆ ਪੈਟਰਨ। ਕਦੇ ਵੀ ਰੈਂਡਮਲੀ ਚੀਜ਼ਾਂ ਨਾ ਕਵਰ ਕਰੋ। ਰੈਂਡਮਲੀ ਚੀਜ਼ਾਂ ਕਵਰ ਕਰਾਂਗੇ ਤਾਂ ਵਿੱਚੋਂ ਦੀ ਨਾ ਕਈ ਵਾਰੀ ਚੀਜ਼ ਮਿਸ ਹੋ ਜਾਂਦੀ ਹੈ, ਕਿ ਇੱਧਰੋਂ ਗੁਜਰਾਤ ਦੇਖ ਲਈ, ਅੱਛਾ ਇੱਕ ਗੁਜਰਾਤ ਵੀ ਹੈ, ਅੱਛਾ ਇੱਕ ਤਾਮਿਲਨਾਡੂ ਵੀ ਹੈ, ਇੱਕ ਵੈਸਟ ਬੰਗਾਲ ਵੀ ਹੈ, ਕੇਰਲਾ ਵੀ ਹੈ। ਰੈਂਡਮ ਕ੍ਰਿਸ ਕ੍ਰੋਸ ਕਰੋਗੇ, ਕੋਈ ਵਿੱਚੋਂ ਦੀ ਚੀਜ਼ ਮਿਸ ਹੋ ਜਾਂਦੀ ਹੈ। ਤਾਂ ਵਾਟ ਯੂ ਸ਼ੁਡ ਟਰਾਈ ਟੂ ਡੂ ਇਜ਼ ਟਰਾਈ ਟੂ ਹੈਵ ਅ ਪੈਟਰਨ। ईस्ट तो वेस्ट मूव कर गए, वेस्ट तो ईस्ट मूव कर गए, अलॉन्ग दी कोस्ट लाइन मूव कर गए, नॉर्थ टू साउथ मूव कीते। ਉਹਦੇ ਨਾਲ ਕੀ ਹੈ ਕਿ ਆਪਾਂ ਬਿਲਕੁਲ ਜਦੋਂ ਇੱਕ ਪੈਟਰਨ 'ਚ ਮੂਵ ਕਰ ਰਹੇ ਹਾਂ, ਆਪਾਂ ਚੀਜ਼ ਸਕਿਪ ਨਹੀਂ ਕਰਾਂਗੇ। ਜਿੱਦਾਂ ਹੁਣ ਇਹੀ ਮੈਂ ਤੁਹਾਨੂੰ ਕੁਐਸਚਨ ਪੁੱਛਿਆ, ਹਾਊ ਮੈਨੀ ਸਟੇਟਸ ਆਫ ਇੰਡੀਆ ਹੈਵ ਮੈਰੀਟਾਈਮ ਬਾਉਂਡਰੀ? ਸੋ ਲੈਟ ਅਸ ਸਟਾਰਟ ਫਰੋਮ ਗੁਜਰਾਤ। ਗੁਜਰਾਤ ਸਿਰਫ ਸਟੇਟਸ ਦੀ ਗੱਲ ਕਰ ਰਹੇ ਹਾਂ ਆਪਾਂ, UTs ਦੀ ਨਹੀਂ। ਗੁਜਰਾਤ, ਮਹਾਰਾਸ਼ਟਰ, ਗੋਆ, कर्नाटका, केरला, तमिलनाडु, आंध्र प्रदेश, उड़ीसा एंड वेस्ट बंगाल। नॉर्थ ईस्टर्न स्टेट कोई हैगी है जिहदा मैरीटाइम बाउंड्री है? ਜ਼ੂਮ ਕਰਕੇ ਤੁਸੀਂ ਦੇਖ ਸਕਦੇ ਹੋ ਆਪਣੇ ਆਪਣੇ ਮੈਪ ਤੇ, ਥੋੜੀ ਜਿਹੀ ਨਜ਼ਰ ਤੇ ਜ਼ੋਰ ਪਾ ਕੇ ਦੇਖ ਸਕਦੇ ਹੋ। ਨੋ ਨਾਰਥ ਈਸਟਰਨ ਸਟੇਟ ਹੈਜ਼ ਐਨੀ ਐਕਸੈਸ ਟੂ ਦੀ ਸੀ, ਐਂਡ ਦਿਸ ਇਜ਼ ਵਨ ਆਫ ਦੀ ਪ੍ਰੋਬਲਮਸ ਆਫ ਦੀ ਨਾਰਥ ਈਸਟਰਨ ਏਰੀਆਜ਼, कि अपना जिन्ना भी एक्सेस है नॉर्थ ईस्टर्न एरियाज दा, दैट इज बेस्ड ऑन दिस वेरी नैरो कॉरीडोर। वेस्ट बंगाल का छोटा जा पोर्शन है जिथों अपना नॉर्थ ईस्ट कनैक्टेड है विद दी मेनलैंड इंडिया। इस पोर्शन में आप लाइक लेटर ऑन आप कवर करांगे। इनू सिलीगुड़ी कॉरीडोर या चिकन नैक कॉरीडोर कहते हैं। चिकन नैक जिवें मुर्गी का नैक होवे, उन्होंने
ਉੱਥੋਂ ਕੁਚਲਿਆ ਜਾ ਸਕਦਾ ਹੈ। ਬਿਕਾਜ਼ ਦਿਸ ਏਰੀਆ ਇਜ਼ ਵੈਰੀ ਵਲਨਰੇਬਲ। ਆਪਣਾ ਸਾਰਾ ਜਿਹੜਾ ਨਾਰਥ ਈਸਟਰਨ ਰੀਜਨ ਹੈ, ਇਟ ਇਜ਼ ਕਨੈਕਟਡ ਵਿਦ ਦੀ ਮੇਨਲੈਂਡ ਇੰਡੀਆ ਫਰੋਮ ਦਿਸ ਨੈਰੋ ਕੋਰੀਡੋਰ ਐਂਡ ਇਟ ਇਜ਼ ਵੈਰੀ ਕਲੋਜ਼ ਟੂ ਚਾਈਨਾ ਐਜ਼ ਵੈਲ। ਪਿੱਛੇ ਦੇ ਤੁਸੀਂ ਥੋੜਾ ਟਾਈਮ ਪਹਿਲਾਂ ਡੋਕਲਾਮ ਇਸ਼ੂ ਚੱਲ ਰਿਹਾ ਸੀਗਾ ਭੂਟਾਨ, ਚਾਈਨਾ ਐਂਡ ਇੰਡੀਆ ਦੇ ਵਿੱਚ। ਡੋਕਲਾਮ ਇਜ਼ ਸਮਵੇਅਰ ਓਵਰ ਹੇਅਰ ਔਨ ਦੀ ਟਰਾਈ ਜੰਕਸ਼ਨ ਆਫ ਇੰਡੀਆ, ਭੂਟਾਨ ਐਂਡ ਚਾਈਨਾ। ਉਹ ਇੰਨਾ ਸਟ੍ਰੈਟੇਜਿਕਲੀ ਇੰਪੋਰਟੈਂਟ ਇਸ਼ੂ ਕਿਉਂ ਸੀਗਾ? ਬਿਕਾਜ਼ ਇੰਡੀਆਜ਼ north east region was threatened because India's chicken neck corridor over here, ਜਿਹਨੂੰ ਆਪਾਂ ਸਿਲੀਗੁਰੀ corridor ਵੀ ਕਹਿੰਦੇ। ਸਿਲੀਗੁਰੀ is the name of the city in West Bengal ਜਿਹੜਾ ਇੱਥੇ ਲਾਏ ਕਰਦਾ over here। ਤਾਂ because of this this region is also known as ਸਿਲੀਗੁਰੀ corridor ਜਾਂ ਫਿਰ chicken neck corridor। that is very important from the point of view of security of India। ਤਾਂ ਮੋਟਾ ਜਿਹਾ ਆਪਾਂ ਡਿਸਕਸ ਕਰ ਰਹੇ ਸੀ ਕਿ ਨਾਰਥ ਈਸਟ ਇੰਡੀਆ 'ਚ ਕੋਈ ਮੈਰੀਟਾਈਮ ਸਟੇਟ ਨਹੀਂ ਹੈਗੀ। ਸੋ ਹਾਊ ਮੈਨੀ ਸਟੇਟਸ? 9 states of India have maritime frontier। 9 states of India are coastal states। ਇਸੇ ਤਰ੍ਹਾਂ tell me how many states of India have land frontiers? Again, try to move in a specific direction। इधरों इधर मूव कर गए या इधरों इधर मूव कर गए and mind it, मैं states की गल कर रहा हूँ, UTs की गल नहीं कर रहा। How many states of India have land frontier? Again count करिए, गुजरात, राजस्थान, पंजाब, जम्मू कश्मीर काउंट करना है, यूटी ऑफ जम्मू कश्मीर आप स्टेट्स काउंट करनी है। पेपर 'ਚ बहुत ध्यान नाल स्टेटमेंट ਨੂੰ पढ़ना है कि ਤੁਹਾਨੂੰ स्टेटमेंट हैगी है कि हाउ मेनी स्टेट्स ऑफ इंडिया या ਤੁਹਾਨੂੰ स्टेटमेंट है हाउ मेनी स्टेट्स एंड यूटीज ऑफ इंडिया। ਹੁਣ ਮੈਂ ਤੁਹਾਨੂੰ ਕੁਐਸਚਨ ਪੁੱਛਿਆ ਹਾਊ ਮਨੀ ਸਟੇਟਸ ਆਫ ਇੰਡੀਆ ਹੈਵ ਲੈਂਡ ਫਰੰਟੀਅਰ। ਸੋ ਗੁਜਰਾਤ, ਰਾਜਸਥਾਨ, ਪੰਜਾਬ, ਜੰਮੂ ਕਸ਼ਮੀਰ ਵਾਲੀ ਯੂਟੀ ਨੂੰ ਇਗਨੋਰ ਕਰਾਂਗੇ, ਲੱਦਾਖ ਦੀ ਯੂਟੀ ਨੂੰ ਇਗਨੋਰ ਕਰਾਂਗੇ। ਨੈਕਸਟ ਹੈ ਹਿਮਾਚਲ ਪ੍ਰਦੇਸ਼, उत्तराखंड, उत्तर प्रदेश, बिहार। बिहार तो बाद अगेन हम थोड़ा जिहा इत्थे अखां ते पाना आपां जोर। ओवर हियर इधर आ जा मैं। बिहार तो बाद इत्थे थोड़ा जिहा फोकस करो इस एरिया ते, अपने अपने मैप्स च देखो जे इत्थे नहीं क्लीयर दिख रहा। बिहार तो बाद जिहड़ी अगली स्टेट आंदी है दैट इज वैस्ट बंगाल। बिहार तो बाद सिक्किम नहीं आता। बिहार तो बाद पहला जे आपां नूं ऑर्डर 'ਚ ਆਪਾਂ ਦੱਸਣਾ ਹੋਵੇ, ऑर्डर इज ऑल्सो इंपॉर्टेंट। बिहार तो बाद वैस्ट बंगाल, वैस्ट बंगाल तो बाद सिक्किम। वैस्ट बंगाल किन्ने आपां काउंट कर लए सीगे? आई फॉरगॉट दी काउंट, आई बिलीव 8। तुसीं देख लेना, बाद चों गिनती कर लेना। बिहार, वैस्ट बंगाल, सिक्किम, सिक्किम तो बाद फिर वैस्ट बंगाल आंदा पर आप ऑलरेडी काउंट कर चुके हैं। दैन असम, असम तो बाद अरुणाचल प्रदेश, अरुणाचल प्रदेश तो बाद नागालैंड, मणिपुर, मिजोरम, अगरतला। असम आप ऑलरेडी काउंट कर लिया होया। एंड देन मेघालय। हाउ मेनी स्टेट्स ऑफ इंडिया हैव लैंड फ्रंटियर? आई बिलीव इट शुड बी 14 स्टेट्स ऑफ इंडिया हैव लैंड फ्रंटियर। बाकी गिनती कर लेना, मैं रट्टा नहीं मारिया होया। द गुड थिंग अबाउट मैप्स इज कि ਤੁਹਾਨੂੰ ਰੱਟਾ ਮਾਰਨ, ਜੇ ਤੁਹਾਡਾ ਮੈਪ ਤੁਹਾਡੀਆਂ ਅੱਖਾਂ 'ਚ ਵਸਿਆ ਹੋਇਆ, ਯੂ ਡੋਂਟ ਈਵਨ ਨੀਡ ਟੂ ਕ੍ਰੈਮ। ਮੈਨੂੰ ਨਾ ਇਹ ਫੈਕਟ ਯਾਦ ਹੈ ਕਿ ਕਿੰਨੀਆਂ ਸਟੇਟਸ ਦਾ ਲੈਂਡ ਫਰੰਟੀਅਰ ਹੈ, ਕਿੰਨੀਆਂ ਸਟੇਟਸ ਦਾ ਮੈਰੀਟਾਈਮ ਫਰੰਟੀਅਰ ਹੈ, ਕਿੰਨੀਆਂ ਸਟੇਟਸ 'ਚ ਟ੍ਰੋਪਿਕ ਆਫ ਕੈਂਸਰ ਗੁਜ਼ਰਦੀ ਆ। ਆਪਾਂ ਹੁਣੇ ਕੁਝ ਕੁਐਸਚਨਸ ਕਰਾਂਗੇ, ਮੈਪ ਬੇਸਡ ਕੁਐਸਚਨਸ। ਮੌਕੇ 'ਤੇ ਕੁਐਸਚਨ ਆਉਂਦਾ ਹੈ, ਮੈਪ ਅੱਖਾਂ 'ਚ ਹੁੰਦਾ ਹੈ, ਹੌਲੀ ਹੌਲੀ ਕਰਕੇ ਇੱਕ ਇੱਕ ਕਰਕੇ ਸਟੇਟਸ ਗਿਣ ਲਈਦੀਆਂ। ਅੱਛਾ ਜੀ, ਗੁਜਰਾਤ, ਰਾਜਸਥਾਨ, ਪੰਜਾਬ, ਇਸ ਤਰ੍ਹਾਂ ਕਰਕੇ ਮੈਪ ਆਪਣੀਆਂ ਅੱਖਾਂ 'ਚ ਰਹਿਣਾ ਚਾਹੀਦਾ ਬਿਨਾਂ ਮੈਪ ਦੇ ਹੋਏ। लाइक क्वेश्चन आया, मैप अपनी अखां के सामने, आप अपनी इमेजिनेशन च अपनी अखां के सामने है, स्टेट्स गिनिया या जो भी अपन क्वेश्चन है वो लाइक आंसर किया। इस तरह ही हम एक क्वेश्चन बनता है, हाउ मैनी स्टेट्स लाइक ट्रॉपिक ऑफ कैंसर passes through how many states of India? Roughly अपन पता है ट्रॉपिक ऑफ कैंसर divides India into 2 almost equal जे parts, मतलब द नॉर्थ इंडिया, साउथ इंडिया। किन्नियां स्टेट्स तो ट्रॉपिक ऑफ कैंसर गुजरता है? अगेन मैप अपनी अखां दे सामने है, आपां देखना है ईस्ट टू वैस्ट मूव कर लो या वैस्ट टू ईस्ट मूव कर लो। गुजरात, गुजरात तो बाद पॉइंट टू बी नोटेड माई लॉर्ड, थोड़ा जिहा पोर्शन राजस्थान ਦਾ ਇੱਥੇ। मैप ਨੂੰ बहुत ध्यान नाल आपां जे ऑब्जर्व कीता होया ਤਾਂ ਆਪਾਂ इदां ਦੀਆਂ ਬਰੀਕ ਗਲਤੀਆਂ, ਛੋਟੀਆਂ ਗਲਤੀਆਂ ਨਹੀਂ ਕਰਾਂਗੇ। ਜੇ ਆਪਾਂ ਉੱਤੋਂ ਉੱਤੋਂ ਹੀ ਮੈਪ ਦਾ ਦੇਖਿਆ ਹੋਇਆ, ਅੱਛਾ ਯਾਰ ਗੁਜਰਾਤ, ਗੁਜਰਾਤ ਤੋਂ ਬਾਅਦ ਮੱਧ ਪ੍ਰਦੇਸ਼, ਫਿਰ ਲਾਈਕ ਵਿਲ ਮਿਸ ਦਿਸ ਇੰਟਰੀਗੇਸਿਸ। ਸੋ ਗੁਜਰਾਤ, ਰਾਜਸਥਾਨ,
मध्य प्रदेश, छत्तीसगढ़, थोड़ा जा पोर्शन है छत्तीसगढ़ का, छत्तीसगढ़, झारखंड, वेस्ट बंगाल, त्रिपुरा, मिजोरम, काउंट कर लो जिन्ने भी होए, ठीक है जी। सो दीज आर दी स्टेट्स थ्रू विच ट्रॉपिक ऑफ कैंसर पासिस। तो आप ਤੁਸੀਂ ਨੋਟ ਕਰੀਏ ਨਾ ਆਪਾਂ ਕਿਹੜੀਆਂ ਚੀਜ਼ਾਂ ਕੀਤੀਆਂ। ਇੱਕ ਤਾਂ ਮੋਟਾ ਜਿਹਾ ਤੁਸੀਂ ਇਹ ਤਾਂ ਕਰਨਾ ਹੀ ਹੈ ਕਿ 2 ਮਿੰਟ ਨਿਹਾਰਨਾ ਹੈ ਪਹਿਲਾਂ ਇਸ ਮੈਪ ਨੂੰ। ਐਵਰੀ cuts and curve of the map should be clear in your mind, should be like there in right there in front of your eyes ਕਿ ਅੱਛਾ ਇਦਾਂ ਦਾ ਮੈਪ ਹੈ, ਇੱਥੇ ਮੁੜਿਆ ਸੀਗਾ, ਇੱਥੇ ਕਮਲ ਦੀ ਲਚਕ ਹੈ ਐਂਡ ਇੱਥੇ ਕੀ ਹੈ, ਠੀਕ ਹੈ ਜੀ। ਤਾਂ ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਵੈਸਟ ਬੰਗਾਲ, ਤ੍ਰਿਪੁਰਾ ਐਂਡ ਮਿਜ਼ੋਰਮ, these are the states through which tropic of cancer passes. Now with how many countries does India share our land frontier? Next question है, with how many countries does India share land boundary? ਹੁਣ ਆਪਾਂ countries ਦੱਸਣੀ ਹੈ, ਪਹਿਲਾਂ ਆਪਾਂ states count ਕੀਤੀਆਂ ਸੀਗੀਆਂ। Again west to east move ਕਰ ਦਿਓ ਜਾਂ east to west move ਕਰ ਲਓ, ਕੋਈ ਵੀ सड़क फड़ लो। सो लेट अस स्टार्ट फ्रॉम दिस साइड, पाकिस्तान, उस तो बाद दसो की आऊगा नैक्सट कंट्री किहड़ा जिहदे नाल इंडिया अपना बॉर्डर शेयर करता है। पाकिस्तान तो बाद चाइना आऊगा कि विच कोई होर कंट्री भी आऊगा, दसो बई। पाकिस्तान तो बाद तुसीं देख सकते हो आ छोटा जिहा हैंडल जिहा हैगा, दिस छोटा जिहा रीजन of Afghanistan that shares boundary with India. Now interesting point is like here I want to give you a disclaimer, exam ch ਆਪਾਂ ਨੂੰ ਪਤਾ ਹੈ there is certain portion of India that is under the illegal occupation of Pakistan, POK ਆਪਾਂ ਜਿਹਨੂੰ ਕਹਿੰਦੇ ਆ, ਪਾਕਿਸਤਾਨ occupied ਕਸ਼ਮੀਰ। एग्जाम च ਤੁਹਾਨੂੰ ਜੇ ਕੁਐਸਚਨ ਆਂਦਾ ਹੈ ਤਾਂ ਫॉर ऑल प्रैक्टिकल पर्पसेस ਤੁਸੀਂ ਮੰਨ ਕੇ ਚੱਲਣਾ ਹੈ ਕਿ ਇੰਡੀਆ ਦਾ ਜਿਹੜਾ ਪੂਰਾ ਜੰਮੂ ਕਸ਼ਮੀਰ ਹਮਾਰਾ ਹੈ। जम्मू एंड कश्मीर इज इंटीग्रल पार्ट ऑफ इंडिया, द यूटी ऑफ जम्मू एंड कश्मीर, यूटी ऑफ लद्दाख, पूरा ये जो रीजन शो किया गया इट इज़ द इंटीग्रल पार्ट ऑफ इंडिया। उत्थे ज़्यादा क्रो नहीं बनना कि अच्छा इस पोर्शन से किहड़ा इंडिया का कंट्रोल आ, आपां नहीं कहते इस पोर्शन नूं, आपां कौन हुंदे आ बई यार ये फैसला लैण वाले। इस मैप के अकॉर्डिंगली तुसीं आंसर करना है। तो आप इस मैप से देख सकते हैं कि बहुत छोटा जिहा पोर्शन हैगा अफगानिस्तान का जिहड़ा जम्मू एंड कश्मीर एंड यूटी ऑफ लद्दाख, अज की डेट जिहड़ी यूटी ऑफ लद्दाख है उहदे नाल कॉन्टैक्ट च है। इस पोर्शन का भी तुसीं नाम याद रखने नूं आपां वाखान कॉरीडोर कहने हैं। वाखान, खान हुंदे आ पठान, वाखान कॉरीडोर जिहड़ा पोर्शन ऑफ अफगानिस्तान दैट इज़ इन कॉन्टैक्ट विद इंडिया। सो आपां कंट्रीज काउंट कर रहे सी, पाकिस्तान, अफगानिस्तान, चाइना, दैन चाइना तो बहुत वड्डी कंट्री है। इधर आ जाइए नेपाल, नेपाल, भूटान, इतने चाइना तो ऊपर चल ही रहा है। इधर अरुणाचल प्रदेश तक चाइना ही है। अरुणाचल प्रदेश ऑल्सो शेयर्स इट्स बॉर्डर विद म्यांमार। इतने थले आ जाइए हम, अरुणाचल प्रदेश के ऊपर चाइना है, अरुणाचल प्रदेश के ईस्ट च म्यांमार, बर्मा, ठीक है जी। दैन अरुणाचल प्रदेश तो थले नागालैंड, मणिपुर, मिजोरम, त्रिपुरा, ठीक है जी। दीज आर द स्टेट्स दैट सॉरी कंट्रीज काउंट कर रहे थे, आई एम सो सॉरी। चाइना, म्यांमार एंड इथे बांग्लादेश, दीज आर द कंट्रीज विद विच इंडिया शेयर्स लैंड फ्रंटियर, लैंड बाउंड्री। नाउ मैप जे अपने ध्यान च है, थोड़ा जा इनू आपां छोटा कर लीए। If I ask you a question, now multiple questions can be asked from this one single map. How many states of India have their international land boundary with more than 2 countries? क्वेश्चन क्लियर है जी। हाउ मैनी स्टेट्स ऑफ इंडिया, इंडिया दियां किन्नियां स्टेट्स इहो जिहियां दैट हैव इंटरनेशनल बाउंड्री विद मोर दैन 1 कंट्री? दसो, मैप तुहाडे सामने है, तुहाडे हत्थां च है। मोर दैन, सॉरी क्वेश्चन मैं तुहानूं मोर दैन 2 कंट्रीज का पूछा है, मोर दैन 1 कंट्री नहीं। हाउ मैनी
states of India have their international land boundary with more than 2 countries. कोई है इदां दी स्टेट? गुजरात दा सिर्फ पाकिस्तान नाल है, इधर यूटी ऑफ जम्मू, यूटी दा तां आपां नूं सवाल ही नहीं, स्टेट्स दा सवाल है। उत्तराखंड दी बाउंड्री लगदी है चाइना नाल ते नेपाल नाल, 2 है। आपां नूं क्वेश्चन है मोर दैन 2 स्टेट्स। सिक्किम दी बाउंड्री लगदी है इधर नेपाल नाल, इधर चाइना नाल, इधर भूटान नाल, 1 स्टेट होगी। होर कोई स्टेट इदां दी दसो मैनू। अरुणाचल प्रदेश की बाउंड्री किन्ने नाल लगदी है? इधर उपर चाइना, इधर म्यांमार। होर किसे नाल लगदी है? इधर भूटान। तो दूजी स्टेट होगी अरुणाचल प्रदेश। अरुणाचल प्रदेश शेयर्स इट्स लैंड बाउंड्री इंटरनेशनल बॉर्डर विद मोर दैन 2 कंट्रीज। होर नागालैंड, मणिपुर, ये सारे दा कर दो इग्नोर। मिजोरम अपनी म्यांमार नाल बाउंड्री शेयर करती है ते बांग्लादेश नाल शेयर करती है, सिर्फ 2 है। आपां नूं मोर दैन 2 पुछया सीगा। असम बारे की विचार है जी तुहाडा? असम शेयर्स इट्स बाउंड्री, सिर्फ इत्थे तां ये बांग्लादेश नाल शेयर करती है, इत्थे भूटान नाल शेयर करती है, होर किसी नाल नहीं करती, सिर्फ 2 नाल करती है, भी नहीं है। होर कोई हैगी है जी? 2 कंट्रीज में 2 स्टेट्स तुहानूं मैं दसदी हैं, एक अपनी सिक्किम, एक अरुणाचल प्रदेश। कोई होर भी हैगी है? थोड़ा 2 अखां दे जोर। एक होर स्टेट है वैस्ट बंगाल। वैस्ट बंगाल तुहानूं मैं क्या सीगा इत्थे गौर फरमान नूं क्या सीगा मैं, इधर देखो वैस्ट बंगाल इत्थे नेपाल नाल कॉन्टैक्ट च है, इत्थे भूटान नाल कॉन्टैक्ट च है, इत्थे बांग्लादेश नाल कॉन्टैक्ट च है। तां वैस्ट बंगाल ऑल्सो शेयर्स इट्स बाउंड्री विद 3 कंट्रीज। तां 3 स्टेट्स अपनियां इदां दियां हो गईयां जिहड़ियां 2 और मोर स्टेट्स नाल अपना बॉर्डर शेयर करदियां। सो ਇਹਦਾ ਇੱਕ एग्जाम्पल सी, लाइक इदां दे मल्टीपल क्वेश्चन बना लो तुसीं। हाउ मनी स्टेट्स ऑफ इंडिया शेयर देयर लैंड बाउंड्री विद 1 कंट्री ओनली? इदां दा भी क्वेश्चन बन सकता है। चलो एक होर, ये तुसीं अपने लैवल ते ट्राई करना, मैप देख के ईजीली तुसीं आंसर कर सकते हो। एक होर क्वेश्चन, हाउ मैनी स्टेट्स ऑफ इंडिया शेयर देयर लैंड बाउंड्री विद more than 3 countries? How many states of India share their land boundary with more than land international border with more than 3 countries? दसो। दिखदी पई है कोई स्टेट? ऑप्शन हैगे है 1 2 3 4 0, none of the above। आंसर रहूगा ਇਹਦਾ 0। इंडिया की कोई स्टेट नहीं हैगी ਜਿਹੜੀਆਂ 3 तो भी ज़्यादा, 4 या 4 तो ज़्यादा, 3 तो ज़्यादा कंट्रीज़ नाल अपना बॉर्डर शेयर करती है। मैक्सीमम 3 कंट्रीज़ नाल ही बॉर्डर शेयर किया जा रहा है, वो भी सिर्फ 3 स्टेट्स है, सिक्किम, अरुणाचल प्रदेश एंड वैस्ट बंगाल। ठीक है जी। इस तरह मल्टीपल क्वेश्चंस फ्रेम किए जा सकते हैं कि जिवें मैं पहला एग्जाम्पल ली सी, कोलकाता तो तिरुवनंतपुरम जाना तो मिनीमम कितनी स्टेट्स तो क्रॉस करना ही पऊगा। इस तरह से लखनऊ तो कोलकाता जाना है, मिनीमम कितनी स्टेट्स तो क्रॉस करना ही पऊगा। अरेंज दी फॉलोइंग स्टेट्स फ्रॉम नॉर्थ टू साउथ: मिजोरम, नागालैंड, अरुणाचल प्रदेश। नॉर्थ टू साउथ आप अरेंज करना है, अरुणाचल प्रदेश, नागालैंड, मिजोरम अरेंज कर सकते आप। बेसिकली वॉट आई वॉन्ट टू एम्फेसाइज इस कि तुसी इस मैप दा ईच एंड एवरी डिटेल इज़ इंपॉर्टेंट। हुण मैं वो वाली डिटेल ते नहीं जा रहा, हालांकि वो इन्फॉर्मेशन भी तुहानूं पता होनी चाहिए है, बट आई बिलीव कि बहुत बेसिक इन्फॉर्मेशन है कि कैपिटल्स ऑफ ऑल दी स्टेट्स एंड यूटीज़ ये इन जनरल तुहानूं पता ही होनी चाहिए है। इदां नहीं गा कि PPSC क्वेश्चन पूछूगा कि दसो जी कैपिटल ऑफ मणिपुर की है, इंफाल, पर तुहानूं पता होनी चाहिए है इन जनरली। जो मैथ्स दी कॉलम कोई खुदा ना खास्ता पुछ भी ले तो आपां नूं पता होना चाहिए है। वी शुड नो ऑल दी स्टेट कैपिटल्स, वी शुड नो इन जनरल दी लोकेशन ऑफ डिफरेंट स्टेट्स, कैड़ी स्टेट नाल बाउंड्री शेयर करती है। नाउ लुक एट द मैप ऑफ मध्य प्रदेश, विद हाउ मैनी स्टेट्स मध्य प्रदेश शेयर्स इट्स बाउंड्री? मैप देख के तुसीं दस सकते हो। हुण इदां दे क्वेश्चन हो भले जे मैप तुहाडीआं अखां दे सामने है तो यू विल बी ईजीली एबल टू आंसर कर लो काउंट इत्थों: महाराष्ट्र, गुजरात, राजस्थान, उत्तर प्रदेश, झारखंड, छत्तीसगढ़। दीज आर द स्टेट्स विद विच मध्य प्रदेश शेयर्स इट्स लैंड फ्रंटियर। विच इज़ दी नाउ टिपिकली जाली जे क्वेश्चन भी हैगे है, लार्जेस्ट स्टेट ऑफ इंडिया दसो जी अकॉर्डिंग टू एरिया।
ਸਮੋਲੈਸਟ ਸਟੇਟ ਦੱਸੋ ਜੀ ਅਕੋਰਡਿੰਗ ਟੂ ਏਰੀਆ। ਤਾਂ ਜੇ ਇਫ ਯੂ ਹੈਵ ਲਾਈਕ ਅਗੇਨ ਆਈ ਐਮ ਐਮਫਸਾਈਜ਼ਿੰਗ ਕਿ ਜੇ ਮੈਪ ਤੁਹਾਡੀਆਂ ਅੱਖਾਂ 'ਚ ਹੈਗੇ ਆ ਤਾਂ ਤੁਸੀਂ ਈਜ਼ੀਲੀ ਇਹ ਵਾਲਾ ਇਹੋ ਜਿਹੇ ਕੁਐਸਚਨਸ ਆਨਸਰ ਕਰ ਸਕਦੇ ਹੋ। ਅੰਡੇਮਾਨ ਐਂਡ ਨਿਕੋਬਾਰ ਦੀ ਕੈਪੀਟਲ ਦੱਸੋ, ਇਸ ਤਰ੍ਹਾਂ ਦੇ ਕੁਐਸਚਨ। ਸੋ ਦਿਸ ਇਜ਼ ਆਲ ਐਜ਼ ਫਾਰ ਐਜ਼ ਯੂਰ ਪੋਲੀਟੀਕਲ ਮੈਪ ਆਫ ਇੰਡੀਆ ਇਜ਼ ਕੰਸਰਨਡ। ਕੈਪੀਟਲਸ ਤੁਸੀਂ ਘਰੇ ਵਰਕਆਊਟ ਕਰਨੀ ਹੈ, ਸਾਰੀਆਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ। ਲਾਰਜੈਸਟ ਸਟੇਟ ਆਫ ਇੰਡੀਆ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਕਮੈਂਟਸ 'ਚ ਤੁਸੀਂ ਲਿਖੋਗੇ। ਸਮੋਲੈਸਟ ਸਟੇਟ ਆਫ ਇੰਡੀਆ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਕਮੈਂਟਸ 'ਚ ਤੁਸੀਂ ਲਿਖੋਗੇ। ਦੈਨ ਉੱਦਾਂ ਦੇ ਜਿੱਦਾਂ ਦੇ ਆਪਾਂ ਕੁਐਸਚਨ ਹੁਣੇ ਡਿਸਕਸ ਕੀਤੇ ਆ ਕਿ ਕਿੰਨੀਆਂ ਸਟੇਟਸ ਦਾ ਇੰਟਰਨੈਸ਼ਨਲ ਬਾਰਡਰ ਹੈ, ਕਿੰਨੀਆਂ ਸਟੇਟਸ ਦਾ ਲੈਂਡ ਹਾਸੇ ਕਿ ਮੈਰੀਟਾਈਮ ਬਾਰਡਰ ਹੈ, ਕਿੰਨੀਆਂ ਸਟੇਟਸ ਮੋਰ ਦੈਨ ਵਨ ਕੰਟਰੀ ਨਾਲ ਆਪਣਾ ਬਾਰਡਰ ਸ਼ੇਅਰ ਕਰਦੀਆਂ ਹੈ, ਕਿੰਨੀਆਂ ਕੰਟਰੀਜ਼ ਮੋਰ ਦੈਨ 2 ਕੰਟਰੀਜ਼ ਨਾਲ ਆਪਣਾ ਬਾਰਡਰ ਸ਼ੇਅਰ ਕਰਦੀਆਂ, ਟ੍ਰੋਪਿਕ ਆਫ ਕੈਂਸਰ ਕਿੰਨੀਆਂ ਕੰਟਰੀਜ਼ ਤੋਂ ਕ੍ਰਾਸ ਕਰਦਾ। ਤਾਂ ਕੁਛ ਬੇਸਿਕ ਫੈਕਚੁਅਲ ਇਨਫੋਰਮੇਸ਼ਨ ਹੈ ਜਿਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਐਜ਼ ਫਾਰ ਐਜ਼ ਦੀ ਪੋਲੀਟੀਕਲ ਮੈਪ ਆਫ ਇੰਡੀਆ ਇਜ਼ ਕੰਸਰਨਡ। ਸੋ ਦੈਟ ਇਜ਼ ਆਲ ਐਜ਼ ਫਾਰ ਐਜ਼ ਟੂਡੇਜ਼ ਕਲਾਸ ਇਜ਼ ਕੰਸਰਨਡ। ਕੱਲ੍ਹ ਦੀ ਕਲਾਸ 'ਚ ਆਪਾਂ ਮਿਨਰਲ ਐਂਡ એનર્ਜੀ ਰਿਸੋਰਸਿਸ ਕਵਰ ਕਰਾਂਗੇ ਐਂਡ ਇੰਡੀਆ ਦਾ ਫਿਜ਼ੀਕਲ ਮੈਪ ਕਵਰ ਕਰਾਂਗੇ। ਤੋ ਆਈ ਹੋਪ ਯੂ ਵੁੱਡ ਹੈਵ ਇੰਜੋਇਡ ਦਿਸ ਕਲਾਸ। ਜਿਨ੍ਹਾਂ ਬੱਚਿਆਂ ਨੇ ਹਜੇ ਤੱਕ ਐਟਲਸ ਨਹੀਂ ਖਰੀਦਿਆ, ਮੈਂ ਰਿਕੁਐਸਟ ਕਰੂੰਗਾ ਪਲੀਜ਼ ਐਟਲਸ ਖਰੀਦ ਲਓ। ਕੱਲ੍ਹ ਕਿਸੇ ਬੱਚੇ ਨੇ ਕਮੈਂਟਸ 'ਚ ਪੁੱਛਿਆ ਸੀਗਾ ਕਿ ਕਿਹੜਾ ਐਡੀਸ਼ਨ ਆਫ ਐਟਲਸ ਖਰੀਦਣਾ ਹੈ। ਕੋਈ ਵੀ ਐਡੀਸ਼ਨ ਖਰੀਦ ਲਓ, ਮੋਰ ਔਰ ਲੈਸ ਸੇਮ ਹੀ ਹੁੰਦੇ ਆ। ਹਜੇ ਤੱਕ ਸਾਨੂੰ ਤਾਂ ਕੋਈ ਮੇਜਰ ਚੇਂਜਸ ਮਿਲੇ ਨਹੀਂ ਗਏ। ਇੱਕ ਛੋਟੇ ਜਿਹੇ ਚੇਂਜ ਹੈਗੇ ਆ, ਵੈਸੇ ਹੀ ਪਤਾ ਚੱਲ ਜਾਂਦੇ ਆ। ਤਾਂ ਕੋਈ ਟੈਨਸ਼ਨ ਦੀ ਗੱਲ ਨਹੀਂ। ਜਿਹੜਾ ਐਡੀਸ਼ਨ ਅਵੇਲੇਬਲ ਹੈਗਾ, ਲੇਟੈਸਟ ਐਡੀਸ਼ਨ ਮਾਰਕੀਟ 'ਚ ਅਵੇਲੇਬਲ ਹੈਗਾ, ਉਹ ਤੁਸੀਂ ਪਰਚੇਸ ਕਰ ਸਕਦੇ ਹੋ। ਆਕਸਫੋਰਡ ਸਟੂਡੈਂਟ ਐਟਲਸ ਖਰੀਦਣਾ। ਜੇ ਕਿਸੇ ਕੋਲ ਇਹ ਵੀ ਕੁਝ ਬੱਚਿਆਂ ਨੇ ਕਮੈਂਟਸ 'ਚ ਪੁੱਛਿਆ ਸੀਗਾ ਕਿ ਜੇ ਮੇਰੇ ਕੋਲ ਆਲਰੇਡੀ ਐਟਲਸ ਹੈਗਾ ਓਰੀਐਂਟ ਲੌਂਗਮੈਨ ਦਾ, ਉਹ ਚੱਲੂਗਾ ਕਿ ਨਹੀਂ ਚੱਲੂਗਾ। ਜੇ ਕਿਸੇ ਕੋਲ ਆਲਰੇਡੀ ਐਟਲਸ ਹੈਗਾ ਤਾਂ ਆਈ ਵੁੱਡ ਸੁਜੈਸਟ ਕਿ ਉਸੇ ਐਟਲਸ ਤੁਸੀਂ ਪ੍ਰਿਪੇਅਰ ਕਰ ਸਕਦੇ ਹੋ। ਜੇ ਕਿਸੇ ਨੇ ਹਜੇ ਖਰੀਦਣਾ ਹੈ, ਯੈਟ ਟੂ ਬਾਏ ਹੈ, ਉਹ ਆਕਸਫੋਰਡ ਸਟੂਡੈਂਟ ਐਟਲਸ ਖਰੀਦ ਲੇ। ਉਹ ਇੱਦਾਂ ਕੀ ਹੋਊਗਾ ਕਿ ਮੈਂ ਜੇ ਟਾਈਟਲ ਬੋਲੂੰਗਾ ਤਾਂ ਤੁਹਾਨੂੰ ਪਤਾ ਹੋਊਗਾ ਕਿ ਆਪਾਂ ਕਿਸ ਦੀ ਗੱਲ ਕਰ ਰਹੇ ਹਾਂ। ਠੀਕ ਹੈ ਜੀ। ਸੋ ਦੈਟ ਇਜ਼ ਆਲ ਐਜ਼ ਫਾਰ ਐਜ਼ ਟੂਡੇਜ਼ ਕਲਾਸ ਇਜ਼ ਕੰਸਰਨਡ। ਆਈ ਵਿਲ ਸੀ ਯੂ ਇਨ ਦੀ ਨੈਕਸਟ ਕਲਾਸ ਟੁਮਾਰੋ। ਥੈਂਕ ਯੂ ਫਰੋਮ ਮਾਈ ਸਾਈਡ।